ਭਗਤ ਕਬੀਰ ਜੀ ਨੇ ਇਹਨਾਂ ਪਾਵਨ ਬਚਨਾਂ ਦਾ ਪ੍ਰਾਰੰਭ ਸਾਧੂ ਸੰਗਤ ਦੀ ਮਹਾਨਤਾ ਤੋਂ ਕੀਤਾ ਹੈ। ਅਸੀਂ ਅਨੇਕਾਂ ਢੰਗਾਂ ਨਾਲ ਸੰਸਾਰ ਵਿੱਚ ਮਨੁੱਖ ਦੀ ਕਿਸਮਤ ਦਾ ਅੰਦਾਜ਼ਾ ਲਗਾਉਂਦੇ ਹਾਂ। ਕਿਸੇ ਪਾਸ ਧਨ ਵਧੇਰੇ ਹੈ ਤਾਂ ਆਮ ਲੋਕ ਆਖਦੇ ਨੇ ਬੜਾ ਵੱਡੇ ਭਾਗਾਂ ਵਾਲਾ, ਚੰਗੀ ਕਿਸਮਤ ਹੈ ਇਸ ਦੀ। ਕਿਸੇ ਮਨੁੱਖ ਨੂੰ ਸ਼ੋਹਰਤ ਵੱਧ ਮਿਲੀ ਹੈ, ਦੁਨੀਆ ਵਿੱਚ ਉਸ ਦਾ ਨਾਮ ਪ੍ਰਸਿੱਧ ਹੈ, ਤਾਂ ਵੀ ਬਥੇਰੇ ਲੋਕ ਇੰਝ ਆਖਦੇ ਨੇ ਬੜਾ ਕਿਸਮਤਵਾਨ ਹੈ, ਬੜੇ ਚੰਗੇ ਭਾਗ ਨੇ ਇਸ ਦੇ। ਵੱਡਾ ਕਬੀਲਾ ਹੈ ਜਾਂ ਹੋਰ ਅਨੇਕਾਂ ਐਸੇ ਸਾਡੇ ਬਣਾਏ ਹੋਏ ਪੈਮਾਨੇ ਨੇ ਜਿਨ੍ਹਾਂ ਰਾਹੀਂ ਅਸੀਂ ਮਾਪਦੇ ਹਾਂ ਤੇ ਆਖਦੇ ਹਾਂ ਕਿ ਇਹ ਵੱਡੇ ਭਾਗਾਂ ਵਾਲਾ ਹੈ। ਵੱਡੀ ਉਮਰ ਭੋਗੇ ਕੋਈ, ਉਸ ਨੂੰ ਵੀ ਕਿਹਾ ਜਾਂਦਾ ਹੈ ਬੜਾ ਕਿਸਮਤ ਵਾਲਾ ਹੈ, ਲੰਮੀ ਉਮਰ ਭੋਗੀ। ਲੇਕਿਨ ਸਤਿਗੁਰੂ ਜੀ ਨੇ ਵੱਡੇ ਭਾਗ ਜਾਂ ਉੱਚੀ ਕਿਸਮਤ ਉਸ ਮਨੁੱਖ ਦੀ ਕਹੀ ਹੈ ਜਿਸ ਮਨੁੱਖ ਨੇ ਸੰਸਾਰ ਵਿੱਚ ਵਿਚਰਦਿਆਂ, ਕਿਰਤ ਵਿਰਤ ਕਰਦਿਆਂ ਕਰਤਾਰ ਨਾਲ ਸੁਰਤ ਨੂੰ ਜੋੜ ਲਿਆ ਹੈ। ਵਡੇਰੀ ਉਮਰ ਦੇ ਸੰਬੰਧ ਵਿੱਚ ਵੀ ਬਾਣੀ ਅੰਦਰ ਬਚਨ ਆਇਆ ਹੈ, ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ। ਬੰਦਗੀ ਤੋਂ ਬਗੈਰ ਜਿਹੜਾ ਜੀਵਨ ਬੀਤਦਾ ਹੈ, ਗੁਜ਼ਾਰਿਆ ਜਾ ਰਿਹਾ ਹੈ, ਜਿਵੇਂ ਸੱਪ ਜ਼ਿੰਦਗੀ ਭੋਗਦਾ ਹੈ ਇਉਂ ਹੀ ਇਨਸਾਨ ਭੋਗਦਾ ਹੈ। ਚੰਗੇ ਪਦਾਰਥ ਖਾ ਕੇ ਵੀ, ਛਕ ਕੇ ਵੀ ਮੰਦੇ ਕਰਮ ਕਰਦਾ ਹੈ। ਸੱਪ ਦੁੱਧ ਪੀਂਦਾ ਹੈ ਬੜੇ ਸ਼ੌਕ ਨਾਲ, ਲੇਕਿਨ ਦੁੱਧ ਵੀ ਸੱਪ ਦੇ ਅੰਦਰ ਜਾ ਕੇ ਵਿਸ ਨੂੰ ਜਨਮ ਦੇ ਦਿੰਦਾ ਹੈ। ਉਗਲਦਾ ਹੈ ਫਿਰ ਵੀ ਜ਼ਹਿਰ ਹੀ, ਡੰਗ ਮਾਰਦਾ ਹੈ। ਹੋ ਸਕਦਾ ਹੈ ਇਨਸਾਨ ਦਾ ਜੀਵਨ ਵੀ ਐਸਾ ਬਣ ਗਿਆ ਹੋਵੇ। ਲੰਮੀ ਉਮਰ ਸੱਪ ਵੀ ਬਹੁਤ ਭੋਗਦੇ ਹਨ, ਤੇ ਐਸਾ ਪੁਰਸ਼ ਵੀ ਜੇ ਲੰਮੀ ਉਮਰ ਭੋਗੇ ਤਾਂ ਉਸ ਉਮਰ ਨੂੰ ਸਤਿਗੁਰੂ ਜੀ ਨੇ ਕੋਈ ਵਿਸ਼ੇਸ਼ ਤੌਰ 'ਤੇ ਸਨਮਾਨ ਨਹੀਂ ਦਿੱਤਾ। ਮਹਿਲ ਮਾੜੀਆਂ ਹੋਣ, ਜਾਇਦਾਦ ਬਥੇਰੀ ਹੋਵੇ, ਲੇਕਿਨ ਬੰਦਗੀ ਪੱਲੇ ਨਾ ਹੋਵੇ, ਸੇਵਾ ਸਿਮਰਨ ਤੋਂ ਮਨੁੱਖ ਖਾਲੀ ਹੋਵੇ, ਤਾਂ ਕਬੀਰ ਜੀ ਨੇ ਇੱਕ ਫੈਸਲਾ ਦਿੱਤਾ ਹੈ, ਕਬੀਰ ਜਾ ਘਰ ਸਾਧ ਨਾ ਸੇਵੀਐ, ਹਰ ਕੀ ਸੇਵਾ ਨਾਹੇ, ਤੇ ਘਰ ਮਰਹਟ ਸਾਰਖੇ, ਭੂਤ ਬਸਹਿ ਤਿਨ ਮਾਹੇ। ਮਹਿਲ ਮਾੜੀਆਂ ਦੀ ਪ੍ਰਾਪਤੀ ਨੂੰ ਵੀ ਕੋਈ ਬਹੁਤ ਵੱਡੀ ਕਿਸਮਤ ਨਾਲ ਨਹੀਂ ਜੋੜਿਆ ਗਿਆ। ਜਿਨ੍ਹਾਂ ਦੇ ਪੱਲੇ ਬੰਦਗੀ ਹੈ ਉਹਨਾਂ ਦੇ ਮੁਖ ਉਜਲੇ ਨੇ, ਉਹਨਾਂ ਦੇ ਮਸਤਕ ਦੇ ਭਾਗ ਚੰਗੇ ਨੇ। ਗੁਰਬਾਣੀ ਦਾ ਇਹ ਫੈਸਲਾ ਹੈ। ਭਗਤ ਕਬੀਰ ਜੀ ਨੇ ਵੀ 231ਵੇਂ ਸ਼ਲੋਕ ਅੰਦਰ ਇਸੇ ਵਿਚਾਰ ਤੋਂ ਪ੍ਰਾਰੰਭਤਾ ਕੀਤੀ ਹੈ। ਕਬੀਰ ਸਾਧੂ ਸੰਗ ਪ੍ਰਾਪਤੀ, ਲਿਖਿਆ ਹੋਏ ਲਿਲਾਟ, ਮੁਕਤ ਪਦਾਰਥ ਪਾਈਐ, ਠਾਕ ਨ ਅਵ ਘਟ ਘਾਟ।
ਸਾਧੂ ਜਨਾਂ ਦੀ ਸੰਗਤ ਦਾ ਮਿਲਣਾ ਵੱਡੇ ਭਾਗਾਂ ਦੀ ਬਾਤ ਹੈ। ਮੱਥੇ ਦੇ ਲੇਖ ਲਿਖੇ ਹੋਣ, ਚੰਗੇ ਭਾਗ ਹੋਣ, ਤਾਂ ਸਾਧੂਆਂ ਦੀ ਸੰਗਤ ਮਿਲਦੀ ਹੈ। ਕੂੜਿਆਰਾਂ ਦੀ ਸੰਗਤ ਤਾਂ ਭਾਲਣੀ ਨਹੀਂ ਪੈਂਦੀ, ਥਾਂ ਥਾਂ ਮਿਲ ਜਾਏਗੀ। ਬਲਕਿ ਹਾਲਤ ਉਲਟੀ ਹੈ। ਚੰਗੇ ਅਸਥਾਨਾਂ 'ਤੇ ਬੈਠੇ ਵੀ ਬੇਈਮਾਨਾਂ ਦਾ ਕੁਸੰਗ ਮਿਲ ਸਕਦਾ ਹੈ। ਲੇਕਿਨ ਇਹ ਕਦੀ ਕਦਾਈ ਹੁੰਦਾ ਹੈ ਕਿ ਅਸਥਾਨ ਬੁਰਾ ਵੀ ਸੀ, ਸੰਗ ਨੇਕ ਪੁਰਸ਼ ਦਾ ਬਣ ਗਿਆ ਤਾਂ ਕੂੜਿਆਰਾਂ ਦੀ ਜ਼ਿੰਦਗੀ ਵੀ ਬਦਲ ਦਿੱਤੀ। ਆਖਰ ਗਨਕਾ ਦੇ ਵਾੜੇ ਸਾਧੂ ਦਾ ਜਾਣਾ ਹੋਰ ਕੀ ਘਟਨਾ ਹੈ। ਸੋਬਤ ਬਣ ਗਈ ਨੇਕ ਪੁਰਸ਼ ਦੀ, ਗਨਕਾ ਵੇਸਵਾ ਨਾ ਰਹੀ, ਸੰਤਣੀ ਹੋ ਨਿਬੜੀ। ਇਸ ਨੂੰ ਵੱਡੇ ਭਾਗ ਆਖਿਆ ਜਾ ਸਕਦਾ ਹੈ, ਚੰਗੀ ਕਿਸਮਤ ਕਿਹਾ ਜਾ ਸਕਦਾ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਤਾਂ ਰੱਬ ਪਾਸੋਂ ਰਹਿਮਤ ਹੀ ਇਹ ਮੰਗਣ ਦੀ ਜਾਚ ਸਾਨੂੰ ਸਿਖਾਈ ਹੈ। ਹੋ ਕਿਰਪਾਲ ਸੁਆਮੀ ਮੇਰੇ, ਸੰਤਾਂ ਸੰਗ ਵਿਹਾਵੇ। ਐ ਮਿਹਰਬਾਨ ਮੇਰੇ ਪ੍ਰਭੂ, ਮੇਰੇ ਮਾਲਕ ਅਕਾਲ ਪੁਰਖ ਜੀਓ, ਕਿਰਪਾ ਕਰੋ, ਦਇਆ ਕਰੋ ਕਿ ਸਾਡੀ ਉਮਰ, ਸਾਡੀ ਜ਼ਿੰਦਗੀ ਸਾਧੂ ਜਨਾਂ ਦੇ ਸੰਗ ਵਿੱਚ ਬੀਤੇ, ਸਾਧੂ ਸੰਗ ਵਿਹਾਵੇ। ਬੀਤ ਇਸਨੇ ਜਾਣਾ, ਪਲ ਪਲ ਕਰਕੇ ਸਮਾਂ ਬੀਤਦਾ ਜਾ ਰਿਹਾ ਹੈ। ਇੱਕ ਦਿਨ ਇਸ ਉਮਰ ਦੀ ਕਹਾਣੀ ਸਮਾਪਤ ਹੋ ਜਾਣੀ ਹੈ। ਬੀਤ ਜਾਏਗੀ ਬੇਕਾਰ ਵੀ ਇਹ ਆਯੂ, ਪਰ ਜੇ ਸਫਲ ਹੋ ਜਾਏ ਤਾਂ ਹੀ ਸੰਸਾਰ ਤੇ ਆਉਣ ਦਾ ਕੋਈ ਅਰਥ ਹੈ। ਐ ਮੇਰੇ ਮਾਲਕ ਕਿਰਪਾ ਕਰ ਕਿ ਇਹ ਉਮਰ, ਇਹ ਜ਼ਿੰਦਗੀ ਸਾਧੂ ਜਨਾਂ ਦੇ ਸੰਗ ਵਿੱਚ, ਨੇਕ ਪੁਰਸ਼ਾਂ ਦੀ ਸੰਗਤ ਵਿੱਚ ਬੀਤੇ। ਹੋ ਕਿਰਪਾਲ ਸੁਆਮੀ ਮੇਰੇ, ਸੰਤਾਂ ਸੰਗ ਵਿਹਾਵੇ। ਮੈਂ ਦੇਖਦਾ ਹਾਂ ਤੁਧੋਂ ਭੁੱਲੇ ਸੇ ਜਮ ਜਮ ਮਰਦੇ, ਤਿਨ ਕਦੇ ਨਾ ਚੁੱਕਣ ਹਾਵੇ। ਜਿਹੜੇ ਪ੍ਰਭੂ ਜੀ ਤੁਹਾਡੇ ਤੋਂ ਭੁੱਲ ਗਏ ਨੇ, ਉਹ ਬਾਰ-ਬਾਰ ਜੰਮਣ ਮਰਨ ਦੇ ਗੇੜ ਵਿੱਚ ਪਏ ਰਹਿੰਦੇ ਹਨ। ਆਵਾ ਗਾਉਣ ਦਾ ਚੱਕਰ ਉਹਨਾਂ ਦਾ ਪਿੱਛਾ ਨਹੀਂ ਛੱਡਦਾ। ਫਿਰ ਜਿਤਨੀ ਦੇਰ ਜਿਉਂਦੇ ਵੀ ਹਨ, ਉਹਨਾਂ ਦੀ ਜ਼ਿੰਦਗੀ ਵਿੱਚ ਆਨੰਦ ਦੀ ਕੋਈ ਝਲਕ ਨਹੀਂ, ਰੌਸ਼ਨੀ ਦੀ ਕੋਈ ਖਬਰ ਨਹੀਂ। ਅੰਧੇਰੇ ਵਿੱਚ ਭਟਕਦੇ ਨੇ, ਦੁੱਖ ਭੋਗਦੇ ਨੇ। ਲੱਖ ਧਨ ਦੇ ਅੰਬਾਰ ਲਗਾ ਲਏ ਹੋਣ, ਲੱਖ ਮਹਿਲ ਮਾੜੀਆਂ ਅਟਾਰੀਆਂ ਖੜੀਆਂ ਕਰ ਲਈਆਂ ਹੋਵਣ, 4 ਦਿਨ ਦੁਨੀਆ ਵਿੱਚ ਸ਼ੋਹਰਤ ਵੀ ਖੱਟ ਲਈ ਹੋਵੇ, ਪਰ ਜਦ ਮੈਂ ਨੇੜਿਓਂ ਹੋ ਕੇ ਦੇਖਦਾ ਹਾਂ, ਅੰਦਰ ਕੇਵਲ ਹਾਵੇ ਹੌਂਕੇ ਹੀ ਹਨ। ਜੇਬ ਭਰੀ ਹੋਈ ਹੈ, ਹਿਰਦਾ ਖਾਲੀ ਹੈ, ਅੰਦਰੋਂ ਕੰਗਾਲ ਹੀ ਹਨ। ਤੁਧੋਂ ਭੁੱਲੇ ਸੇ ਜਮ ਜਮ ਮਰਦੇ, ਤਿਨ ਕਦੇ ਨਾ ਚੁੱਕਣ ਹਾਵੇ। ਐਸੇ ਪੁਰਸ਼ਾਂ ਨੂੰ ਮੈਂ ਕਿਸਮਤ ਵਾਲੇ ਕਿਵੇਂ ਆਖਾਂ, ਵਡਭਾਗੀ ਕਿਵੇਂ ਆਖ ਦੇਵਾਂ ਕਿ ਇਹਨਾਂ ਦੇ ਮਸਤਕ ਦੇ ਭਾਗ ਵੀ ਚੰਗੇ ਨੇ? ਨਹੀਂ, ਚੰਗੇ ਭਾਗ ਹੁੰਦੇ ਤਾਂ ਇਹ ਭਗਵਾਨ ਨਾਲ ਜੁੜ ਜਾਂਦੇ। ਇਹਨਾਂ ਨੂੰ ਸਾਧੂ ਸੰਗ ਮਿਲਦਾ, ਪ੍ਰਭੂ ਦਾ ਰੰਗ ਚੜ ਜਾਂਦਾ। ਕਬੀਰ ਜੀ ਕਹਿੰਦੇ ਨੇ, ਮੈਂ ਤਾਂ ਇਸੇ ਨੂੰ ਆਖਦਾ ਹਾਂ ਕਿ ਇਸ ਦੇ ਮਸਤਕ ਦੇ ਭਾਗ ਹੈਨ ਕੁਝ, ਕਿ ਸਾਧੂ ਸੰਗ ਇਹਨਾਂ ਨੂੰ ਮਿਲ ਗਿਆ ਹੈ।
ਸਾਧੂ ਦੀ ਸੰਗਤ ਜ਼ਿੰਦਗੀ ਵਿੱਚ ਇੱਕ ਰੰਗਤ ਲੈ ਕੇ ਆਉਂਦੀ ਹੈ। ਉਸ ਸੰਗਤ ਤੇ ਰੰਗਤ ਦਾ ਜ਼ਿਕਰ ਸਤਿਗੁਰੂ ਜੀ ਨੇ ਬਾਣੀ ਵਿੱਚ ਵਿਸ਼ੇਸ਼ ਤੌਰ ਤੇ ਕੀਤਾ ਹੈ। ਹਜ਼ੂਰ ਕਹਿੰਦੇ ਨੇ, ਇਹ ਲੋਕੇ ਸੁੱਖ ਪਾਇਆ। ਸਾਧ ਸੰਗਤ ਕਰਨ ਵਾਲਿਆਂ ਨੂੰ ਪਹਿਲਾਂ ਇਸ ਜਹਾਨ ਦਾ ਸੁੱਖ ਵੀ ਮਿਲਿਆ, ਕਿਉਂਕਿ ਉਹ ਰੱਬ ਅੱਗੇ ਸਮਰਪਿਤ ਹੋ ਗਏ ਨੇ। ਜੋ ਉਸ ਦੀ ਮਰਜ਼ੀ ਹੈ ਉਸ ਨੂੰ ਪਾਉਂਦਾ ਹੈ, ਉਸ ਪਾਣੇ ਵਿੱਚ ਉਹ ਪ੍ਰਸੰਨ ਰਹਿਣਾ ਸਿੱਖ ਗਏ ਹਨ। ਜੇ ਸੁਖ ਦੇ ਤਾਂ ਤੁਝੈ ਅਰਾਧੀ, ਦੁੱਖ ਵੀ ਤੁਝੈ ਧਿਆਈ। ਇਹ ਉਹਨਾਂ ਦੇ ਜੀਵਨ ਦਾ ਸਿਧਾਂਤ ਬਣ ਗਿਆ ਹੈ। ਸੰਸਾਰ ਦੇ ਸੁੱਖ ਦੁੱਖ ਆਉਂਦੇ ਰਹਿੰਦੇ ਨੇ, ਪਰ ਤੂੰ ਇਹ ਕਿਰਪਾ ਰੱਖੀ ਮੈਂ ਡੋਲ ਨਾ ਜਾਵਾਂ। ਸੁੱਖ ਵਿੱਚ ਵੀ ਇਨਸਾਨ ਡੋਲ ਸਕਦਾ ਹੈ, ਦੁੱਖ ਵਿੱਚ ਵੀ ਡੋਲ ਸਕਦਾ ਹੈ। ਸੁੱਖ ਵਿੱਚ ਹੈਂਕੜ ਨਾਲ ਭਰ ਜਾਂਦਾ ਹੈ ਕਿ ਇਹ ਮੇਰੀ ਮਿਹਨਤ ਦਾ ਨਤੀਜਾ ਹੈ। ਦੁੱਖ ਵਿੱਚ ਵੀ ਡੋਲਦਾ ਹੈ ਕਿ ਕਿਧਰੋਂ ਸੁੱਖ ਮਿਲ ਜਾਏ, ਦੁੱਖ ਕੱਟਿਆ ਜਾਏ। ਫਿਰ ਜਿਸ ਦਿਸ਼ਾ ਵੱਲ ਕੋਈ ਪ੍ਰੇਰਦਾ ਹੈ, ਉਸੇ ਭਰਮ ਦੇ ਜਾਲ ਵੱਲ ਤੁਰ ਪੈਂਦਾ ਹੈ। ਡੁਲਾਉਣ ਵਾਲੇ ਲੋਕ ਇਹ ਕੋਸ਼ਿਸ਼ ਕਰਦੇ ਰਹੇ ਨੇ, ਸੁੱਖ ਦਾ ਲਾਲਚ ਦੇਣਾ, ਦੁੱਖ ਦਾ ਡਰ ਦੇਣਾ। ਲੇਕਿਨ ਭਗਤ ਅੰਦਰ ਲਾਲਚ ਵੀ ਨਹੀਂ, ਡਰ ਵੀ ਨਹੀਂ। ਇਸ ਲਈ ਨਾ ਉਹ ਸੁੱਖ ਦੀ ਖਾਤਰ ਕਿਧਰੇ ਭਟਕਦਾ ਹੈ, ਨਾ ਦੁੱਖ ਤੋਂ ਡਰ ਕੇ ਭਟਕਦਾ ਹੈ। ਤੈਨੂੰ ਪਾਉਂਦਾ ਹੈ ਤਾਂ ਜ਼ਰੂਰ ਇਸ ਵਿੱਚ ਕੁਝ ਭਲਾ ਹੈ। ਮੈਨੂੰ ਨਾ ਪਤਾ ਹੋਵੇ, ਇਹ ਮੇਰੀ ਥੋੜੀ ਮੱਤ ਦਾ ਨਤੀਜਾ ਹੈ। ਲੇਕਿਨ ਜੋ ਤੈਨੂੰ ਪਾਉਂਦਾ ਹੈ ਉਸ ਵਿੱਚ ਮੈਂ ਪ੍ਰਸੰਨ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਇਹ ਪਵਿੱਤਰ ਬਚਨ ਹਰ ਰੋਜ਼ ਅਸੀਂ ਪੜ੍ਹਦੇ ਹਾਂ। ਕੇਤਿਆਂ ਦੁਖ ਭੂਖ ਸਦ ਮਾਰ, ਇਹ ਵੀ ਦਾਤ ਤੇਰੀ ਦਾਤਾਰ। ਇਹ ਦੁੱਖ ਭੁੱਖ ਵੀ ਤੇਰੀ ਦਾਤ ਹੈ। ਜਿਸ ਨੇ ਦੁੱਖ ਭੁੱਖ ਨੂੰ ਦਾਤ ਮੰਨ ਲਿਆ ਹੋਵੇ, ਉਸ ਨੂੰ ਫਿਰ ਦਾਤਾਂ ਮਿਲਦਿਆਂ ਦੇਰ ਨਹੀਂ ਲੱਗਦੀ। ਸਾਧੂ ਦੀ ਸੰਗਤ ਵਿੱਚ ਪਹਿਲੀ ਗੱਲ ਹੈ, ਅੰਦਰਲਾ ਸੁੱਖ ਮਿਲਦਾ ਹੈ, ਜਿਹੜਾ ਦੁੱਖ ਨੂੰ ਵੀ ਸੁੱਖ ਵਿੱਚ ਬਦਲ ਦੇਣ ਦੀ ਸਮਰੱਥਾ ਰੱਖਦਾ ਹੈ। ਇਹ ਲੋਕੇ ਸੁੱਖ ਪਾਇਆ, ਤੇ ਕੇਵਲ ਇਸ ਲੋਕ ਦੀ ਹੀ ਕਹਾਣੀ ਨਹੀਂ। ਨਹੀਂ ਭੇਟਤ ਧਰਮ ਰਾਇਆ। ਧਰਮ ਰਾਏ ਦੇ ਹਿਸਾਬ ਕਿਤਾਬ ਤੋਂ ਵੀ, ਲੇਖੇ ਤੋਂ ਵੀ ਸਾਧੂ ਸੰਗਤ ਕਰਨ ਵਾਲਾ ਪੁਰਸ਼ ਮੁਕਤ ਹੋ ਜਾਂਦਾ ਹੈ। ਕਿਵੇਂ? ਮਾਰਗ ਹੀ ਇਹ ਦਿਖਾਇਆ ਗਿਆ ਹੈ ਕਿ ਕਰਨ ਕਰਾਵਣ ਵਾਲਾ ਇੱਕ ਨਿਰੰਕਾਰ ਹੈ, ਮਨੁੱਖ ਦੇ ਹੱਥ ਕੁਝ ਨਹੀਂ। ਜਦੋਂ ਇਹ ਧੁਰ ਗਹਿਰਾਈ ਤੱਕ ਅੰਦਰ ਵਸ ਜਾਏ, ਜਦ ਮੈਂ ਕਰਨ ਵਾਲਾ ਨਹੀਂ ਕੁਝ, ਤਾਂ ਭੁਗਤਾ ਹੋਣ ਦਾ ਕੋਈ ਸਵਾਲ ਹੀ ਨਹੀਂ। ਕਰਤਾਪਣ ਹੀ ਗਵਾ ਦਿੱਤਾ। ਕਰਮ ਦਾ ਹਿਸਾਬ ਕਰਤੇ ਨਾਲ ਜੁੜਿਆ ਹੋਇਆ ਹੈ। ਇਸ ਲਈ ਜੋ ਰਜ਼ਾ ਵਿੱਚ ਰਾਜ਼ੀ ਹੋ, ਪਰਮਾਤਮਾ ਨੂੰ ਹੀ ਕਰਤਾ ਜਾਣਦਾ ਹੈ, ਉਸ ਦੀ ਅਵਸਥਾ ਬਿਲਕੁਲ ਅਲੱਗ ਹੈ। ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਉਹ ਕਿਰਪਾ ਦਾ ਪਾਤਰ ਬਣ ਗਿਆ ਹੈ। ਨਹੀਂ ਭੇਟਤ ਧਰਮ ਰਾਇਆ, ਹਰਿ ਦਰਗਹਿ ਸੋਭਾਵੰਤ, ਹੁਣ ਗਰਭ ਨਾਹੀ ਬਸੰਤ। ਦੋਵੇਂ ਪੰਕਤੀਆਂ ਦਾ ਸਤਿਗੁਰੂ ਜੀ ਨੇ ਕੈਸਾ ਸੁਮੇਲ ਕੀਤਾ ਹੈ। ਹਰਿ ਦਰਗਹਿ ਸੋਭਾਵੰਤ, ਫੁਨ ਗਰਭ ਨਾਹੀ ਬਸੰਤ। ਜਿਹੜੇ ਦਰਗਾਹ ਵਿੱਚ ਸੋਭਾਵੰਤ ਨਾ ਬਣ ਸਕੇ, ਉਹਨਾਂ ਨੂੰ ਥਾਂ ਨਾ ਮਿਲੀ, ਫਿਰ ਗਰਭ ਜੂਨੀਆਂ ਵਿੱਚ ਭਟਕਦੇ ਰਹੇ। ਪਰ ਜਿਸ ਨੂੰ ਦਰਗਾਹ ਵਿੱਚ ਸੋਭਾ ਵਾਲਾ ਮੰਨਿਆ ਗਿਆ ਹੈ, ਕਾਬਿਲੇ ਤਾਰੀਫ ਮੰਨਿਆ ਗਿਆ ਹੈ, ਵਡਿਆਈ ਦਿੱਤੀ ਗਈ ਹੈ,
ਜਿਸ ਨੂੰ ਮਾਲਕ ਸਲਾਹੇ ਉਸ ਨੂੰ ਆਪਣੇ ਦਰ ਤੇ ਥਾਂ ਨਹੀਂ ਦੇਵੇਗਾ। ਇਹ ਕਿਵੇਂ ਹੋ ਸਕਦਾ ਹੈ? ਫਿਰ ਗਰਭ ਜੂਨੀਆਂ ਵਿੱਚ ਆਉਣ ਦਾ ਕੋਈ ਪ੍ਰਸ਼ਨ ਨਾ ਰਹਿ ਗਿਆ। ਬਹੁਰ ਹਮ ਕਾਹੇ ਆਵੇਂਗੇ। ਨਿਰੰਕਾਰ ਦੇ ਦਰ ਦੀ ਸੋਭਾ ਪ੍ਰਾਪਤ ਹੋ ਗਈ ਜੋ ਸਦਾ ਕਾਇਮ ਰਹਿਣ ਵਾਲੀ ਹੈ। ਫੁਨ ਗਰਭ ਨਾਹੀ ਬਸੰਤ। ਫਿਰ ਗਰਭ ਜੂਨੀਆਂ ਦਾ ਗੇੜਾ ਮੁੱਕ ਗਿਆ। ਇਹ ਸਾਧੂ ਦੀ ਸੰਗਤ ਦਾ ਪ੍ਰਤਾਪ ਹੈ। ਜਾਨੀ ਸੰਤ ਕੀ ਮਿਤਰਾਈ। ਸੰਤ ਜਨਾਂ ਦੀ ਮਿੱਤਰਤਾ ਦੇਖੀ ਮਾਣੀ ਜਾਣੀ। ਕੀ ਘਟਨਾ ਵਰਤੀ ਕਰ ਕਿਰਪਾ ਦੀਨੋ ਹਰ ਨਾਮਾ। ਪੂਰਬ ਸੰਜੋਗ ਮਿਲਾਈ। ਸਾਧੂ ਨੇ ਨਾਮ ਨਾਲ ਜੋੜ ਦਿੱਤਾ। ਪੂਰਬਲੇ ਭਾਗ ਜਾਗ ਪਏ। ਉਸ ਮਾਲਕ ਨਾਲ ਫਿਰ ਸੰਜੋਗ ਬਣ ਆਇਆ। ਕਬੀਰ ਸਾਹਿਬ ਕਹਿੰਦੇ ਨੇ ਇਹ ਨੇ ਮਸਤਕ ਦੇ ਭਾਗ ਜਿਨ੍ਹਾਂ ਨੂੰ ਭਾਗ ਆਖਿਆ ਜਾ ਸਕੇ। ਜਿਸ ਦੇ ਮਸਤਕ ਤੇ ਐਸੇ ਭਾਗ ਲਿਖੇ ਨੇ ਉਹ ਸਾਧੂ ਸੰਗ ਪ੍ਰਾਪਤ ਕਰਦੇ ਹਨ। ਨਹੀਂ ਤਾਂ ਕਈ ਵਾਰੀ ਸਾਧੂ ਦੇ ਨੇੜੇ ਸਰੀਰਕ ਤੌਰ ਤੇ ਹੋ ਕੇ ਵੀ ਮਨੁੱਖ ਸੰਗੀ ਨਹੀਂ ਬਣਦਾ। ਇਹ ਸੰਗ ਅੰਦਰਲਾ ਸੰਗ ਹੈ। ਸਰੀਰ ਕਰਕੇ ਦੂਰ ਵੀ ਹੋਵੇ ਲੇਕਿਨ ਅੰਦਰਲਾ ਸੰਬੰਧ ਬਣ ਜਾਏ। ਐਸਾ ਤਾਂ ਅਨੇਕ ਵਾਰੀ ਦੇਖਿਆ ਗਿਆ। ਸਰੀਰ ਕਰਕੇ ਨੇੜੇ ਹੋ ਕੇ ਵੀ ਸੁਰਤੀ ਕਰਕੇ ਦੂਰ ਰਹੇ। ਅਨੇਕਾਂ ਲੋਕ ਦੂਰ ਰਹੇ। ਸਰੀਰ ਕਰਕੇ ਤਾਂ ਗੁਰੂ ਅਰਜਨ ਦੇਵ ਮਹਾਰਾਜ ਤੇ ਤੱਤੀ ਰੇਤ ਪਾਉਣ ਵਾਲਾ ਵੀ ਨੇੜੇ ਸੀ। ਗੁਰੂ ਤੇਗ ਬਹਾਦਰ ਸਾਹਿਬ ਤੇ ਤਲਵਾਰ ਚਲਾਉਣ ਵਾਲਾ ਜੱਲਾਦ, ਫਤਵਾ ਸੁਣਾਉਣ ਵਾਲਾ ਕਾਜ਼ੀ, ਹੋਰ ਸਰਕਾਰ ਦੇ ਕਿੰਨੇ ਕਾਰਿੰਦੇ ਨੇੜੇ ਸਨ। ਲੇਕਿਨ ਸੁਰਤੀ ਕੋਹਾਂ ਦੂਰ ਸੀ। ਸੰਗ ਅੰਦਰੂਨੀ ਤੌਰ ਤੇ ਨਾ ਬਣ ਸਕਿਆ। ਨੰਦ ਚੰਦ ਦੀਵਾਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਾਸ ਰਿਹਾ। ਬੜੀਆਂ ਜ਼ਿੰਮੇਵਾਰੀਆਂ ਵੀ ਉਸ ਨੂੰ ਸੌਂਪੀਆਂ ਗਈਆਂ ਲੇਕਿਨ ਨੇੜਤਾ ਨਾ ਬਣਾ ਸਕਿਆ। ਆਖਿਰ ਦੌੜ ਗਿਆ। ਬਾਬਾ ਰਾਮ ਰਾਏ ਸਤਿਗੁਰੂ का ਸਾਹਿਬਜ਼ਾਦਾ ਸੀ, ਵੱਡਾ ਸਾਹਿਬਜ਼ਾਦਾ। ਗੁਰੂ ਹਰਕ੍ਰਿਸ਼ਨ ਸਾਹਿਬ ਤਾਂ ਛੋਟੇ ਸਨ। ਇਸ ਨੂੰ ਵੀ ਬੜੀਆਂ ਜ਼ਿੰਮੇਵਾਰੀਆਂ ਸੌਂਪੀਆਂ ਹੋਈਆਂ ਸਨ ਗੁਰੂ ਘਰ ਦੀਆਂ, ਪਰ ਇਹ ਮਨੋ ਸੰਗੀ ਨਾ ਬਣ ਸਕਿਆ। ਸੰਗੀ ਬਣ ਗਿਆ ਔਰੰਗਜ਼ੇਬ ਦਾ। ਰਾਜ ਭਾਗ ਦੇ ਠਾਠੇ ਬਾਗੇ ਨੂੰ ਤੱਕ ਕੇ, ਕੂੜੀ ਸ਼ੋਹਰਤ ਨੂੰ ਦੇਖ ਕੇ ਸਿਰਜਣਹਾਰ ਤੋਂ ਦੂਰ ਹੋ ਗਿਆ। ਸਤਿਗੁਰੂ ਦਾ ਸੰਗੀ ਨਾ ਬਣਿਆ, ਸਮਰਾਟ ਦਾ ਸੰਗੀ ਬਣ ਗਿਆ। ਨਤੀਜਾ ਇਹ ਹੋਇਆ ਕਿ ਗੁਰੂ ਹਰਿਰਾਏ ਸਾਹਿਬ ਮਹਾਰਾਜ ਨੂੰ ਇਹ ਬਚਨ ਕਹਿਣੇ ਪਏ ਕਿ ਤੂੰ ਸਾਡੇ ਮੱਥੇ ਵੀ ਨਾ ਲੱਗੀ, ਤੇਰੇ ਨਾਲ ਸਾਡਾ ਕੋਈ ਸੰਗ ਸੰਬੰਧ ਨਹੀਂ। ਕੋਈ ਦੂਰ ਹੋ ਕੇ ਵੀ ਨੇੜੇ ਹੋ ਸਕਦਾ ਹੈ, ਕੋਈ ਨੇੜੇ ਹੋ ਕੇ ਵੀ ਦੂਰ ਹੋ ਸਕਦਾ ਹੈ। ਪਰ ਜੇ ਦੋਵੇਂ ਗੱਲਾਂ ਬਣ ਜਾਣ, ਸਰੀਰਕ ਤੌਰ ਤੇ ਵੀ ਨੇੜਤਾ ਮਿਲੇ, ਸੇਵਾ ਕਮਾ ਸਕੇ, ਸੁਰਤੀ ਕਰਕੇ ਵੀ ਨੇੜਤਾ ਬਣੇ ਕਿ ਉਪਦੇਸ਼ ਕਮਾ ਸਕੇ, ਤਾਂ ਬੜੀ ਉੱਚੀ ਕਿਸਮਤ ਹੈ। ਕਬੀਰ ਜੀ ਕਹਿੰਦੇ ਨੇ ਇਹ ਵੱਡੇ ਭਾਗਾਂ ਦੀ ਬਾਤ ਹੈ। ਮੱਥੇ ਦੇ ਚੰਗੇ ਲਿਖੇ ਮਾਲਕ ਵੱਲੋਂ ਲੇਖ ਨੇ ਕਿ ਸਾਧੂ ਸੰਗ ਮਿਲ ਜਾਏ। ਕਬੀਰ ਸਾਧੂ ਸੰਗ ਪ੍ਰਾਪਤੀ ਲਿਖਿਆ ਹੋਏ ਲਿਲਾਟ, ਮੁਕਤ ਪਦਾਰਥ ਪਾਈਐ ਠਾਕ ਨ ਅਵਕਟ ਘਾਟ। ਹੈ ਤਾਂ ਔਕਟ ਘਾਟੀ ਜਿਸ ਤੇ ਚੜ੍ਹਨਾ ਹੈ। ਔਕਟ ਘਾਟੀ ਜਾਂ ਅਵਕਟ ਘਾਟੀ ਦਾ ਮਤਲਬ ਇਹ ਹੈ
ਜੋ ਬੜਾ ਬਿਖੜਾ ਪੈਂਦਾ ਹੈ, ਪਹਾੜੀ ਪੈਂਦਾ ਹੈ। ਉਚਾਈ ਤੇ ਵੀ ਜਾਣਾ ਹੈ, ਕੋਈ ਸੜਕ ਵੀ ਰਸਤਾ ਵੀ ਬਣਿਆ ਹੋਇਆ ਨਹੀਂ। ਬਿਖੜੇ ਪੈਂਡੇ ਤੇ ਚੱਲਣਾ ਹੈ, ਉਚਾਈ ਤੇ ਵੀ ਜਾਣਾ ਹੈ। ਇੱਕ ਇੱਕ ਕਦਮ ਬੜੀ ਸਾਵਧਾਨੀ ਨਾਲ ਰੱਖਣਾ ਹੋਵੇਗਾ। ਬਾਬਾ ਸ਼ੇਖ ਫਰੀਦ ਜੀ ਨੇ ਆਖਿਆ ਸੀ, ਵਾਟ ਹਮਾਰੀ ਖਰੀ ਉਡੀਣੀ, ਖੰਨਿਓ ਤਿੱਖੀ ਬਹੁਤ ਪੀਣੀ, ਬੜੀ ਬਾਰੀਕ ਹੈ। ਉਸ ਉੱਪਰ ਹੈ ਮਾਰਗ ਮੇਰਾ, ਸ਼ੇਖ ਫਰੀਦਾ ਪੰਥ ਸਮਾਰ ਸਵੇਰਾ। ਭਾਈ ਗੁਰਦਾਸ ਜੀ ਨੇ ਵੀ ਖੰਡੇ ਧਾਰ ਗਲੀ ਅਤ ਭੀੜੀ ਆਖਿਆ ਹੈ। ਜੀਸਸ ਕ੍ਰਾਈਸਟ ਦੇ ਬਚਨਾਂ ਵਿੱਚ ਵੀ ਆਖਿਆ ਜਾਂਦਾ ਹੈ, ਸਟ੍ਰੇਟ ਇਜ਼ ਦਾ ਵੇ ਬਟ ਨੈਰੋ ਇਜ਼ ਮਾਈ ਗੇਟ। ਬਾਰੀਕੀ ਹੈ। ਸਤਿਗੁਰੂ ਕਹਿੰਦੇ ਨੇ ਪਹਾੜੀ ਪੈਂਡਾ ਹੈ ਇਹ। ਲੇਕਿਨ ਸਾਧੂ ਦੀ ਸੰਗਤ ਇੱਕ ਬਲ ਬਖਸ਼ ਦਿੰਦੀ ਹੈ ਕਿ ਇਹ ਬਿਖੜਾ ਪੈਂਡਾ ਵੀ ਆਸਾਨ ਹੋ ਜਾਂਦਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵੀ ਬਿਲਾਵਲ ਰਾਗ ਵਿੱਚ ਬਚਨ ਕਹੇ ਨੇ। ਉਹ ਕਹਿੰਦੇ ਨੇ, ਜਦ ਉਸ ਪੈਂਡੇ ਨੂੰ ਦੇਖਦਾ ਹਾਂ ਤੇ ਆਮ ਮਨੁੱਖ ਨੂੰ ਦੇਖਦਾ ਹਾਂ, ਕਿੰਨਾ ਤੇਜ਼ ਤਰਾਰ ਬੋਲਣ ਵਾਲਾ ਤੇ ਕਿੰਨਾ ਤੇਜ਼ ਰਫ਼ਤਾਰ ਨਾਲ ਚੱਲਣ ਵਾਲਾ ਇਨਸਾਨ ਵੀ ਉਸ ਬਿਖੜੇ ਰਾਹ ਅਵਕਟ ਘਾਟੀ ਤੇ ਮੈਨੂੰ ਇੰਜ ਪ੍ਰਤੀਤ ਹੁੰਦਾ ਹੈ ਜਿਵੇਂ ਪਿੰਗਲਾ ਹੋਵੇ, ਲੱਤਾਂ ਤੋਂ ਹੀਣਾ ਹੋਵੇ, ਚੱਲਦੇ ਹੀ ਨਹੀਂ ਲੋਕ। ਜੋ ਚੱਲ ਨਾ ਸਕੇ, ਇਸ ਦਾ ਮਤਲਬ ਹੈ ਉਹ ਪਿੰਗਲੇ ਨੇ। ਲੇਕਿਨ ਸਾਧੂ ਦੀ ਸੰਗਤ ਇੱਕ ਬਲ ਬਖਸ਼ ਦਿੰਦੀ ਹੈ, ਲੱਤਾਂ ਦੇ ਦਿੰਦੀ ਹੈ, ਜਿਵੇਂ ਕੋਈ ਪਿੰਗਲਾ ਵੀ ਪਹਾੜ ਚੜ੍ਹ ਜਾਏ। ਜੋ ਬਿਲਕੁਲ ਖੱਡਾਂ ਵਿੱਚ ਡਿੱਗਾ ਹੋਇਆ ਸੀ, ਉਹ ਬੁਲੰਦੀਆਂ ਤੇ ਪਹੁੰਚ ਜਾਏ। ਕਬੀਰ ਜੀ ਕਹਿੰਦੇ ਨੇ, ਮੁਕਤ ਪਦਾਰਥ ਪਾਈਐ ਠਾਕ ਨ ਅਵਕਟ ਘਾਟ। ਇਸ ਬਿਖੜੇ ਤੇ ਔਖੇ ਤੇ ਕਠਨ ਪਹਾੜੀ ਪੈਂਡੇ ਤੇ ਵੀ ਉਸ ਮਨੁੱਖ ਨੂੰ ਕੋਈ ਰੁਕਾਵਟ ਨਹੀਂ ਆਉਂਦੀ, ਕੋਈ ਰੋਕ ਨਹੀਂ ਪਾ ਸਕਦਾ। ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਪਿੰਗੁਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ। ਜੋ ਮੂੜਤਾ ਦੀਆਂ ਹੀ ਗੱਲਾਂ ਕਰਨ ਵਾਲਾ ਸੀ, ਖਲ ਪਸ਼ੂ ਬਿਰਤੀਆਂ ਵਿੱਚ ਹੀ ਗਲਤਾਨ ਸੀ। ਭਗਵਾਨ ਦਾ ਨਾਮ ਜ਼ਬਾਨ ਤੇ ਬਿਲਕੁਲ ਨਹੀਂ ਸੀ, ਵਿਚਾਰ ਦੀ ਕੋਈ ਗੱਲਬਾਤ ਨਹੀਂ ਸੀ। ਉਹ ਵੀ ਚਤੁਰ ਵਕਤਾ, ਬਖਿਆਨ ਕਰਨ ਵਾਲਾ ਬਣ ਗਿਆ। ਗਿਆਨ ਧਿਆਨ ਦੀ ਚਰਚਾ ਕਰਨ ਦੇ ਯੋਗ ਹੋ ਗਿਆ। ਅੰਦੁਲੇ ਤ੍ਰਿਭਵਨ ਸੂਝਿਆ, ਗੁਰ ਭੇਟ ਪੁਨੀਤਾ। ਅੰਧੇ ਮਨੁੱਖ ਨੂੰ ਵੀ ਤਿੰਨਾਂ ਭਵਨਾਂ ਦੀ ਸੋਝੀ ਹੋ ਗਈ। ਉਤਨੀ ਦੇਰ ਅਸੀਂ ਅੰਧੇ ਹੀ ਹਾਂ, ਜਿਤਨੀ ਦੇਰ ਉਸ ਰਮੇ ਹੋਏ ਰਾਮ ਨੂੰ ਸ੍ਰਿਸ਼ਟੀ ਦੇ ਕਣ ਕਣ ਵਿੱਚ ਮਹਿਸੂਸ ਨਹੀਂ ਕਰਦੇ। ਅੱਖਾਂ ਦਾ ਕੰਮ ਹੈ ਇਹ ਦੇਖ ਸਕਣ, ਫਿਰ ਇਹਨਾਂ ਦੀ ਕੋਈ ਸੀਮਾ ਹੈ। ਗੁਰੂ ਗਿਆਨ ਦਾ ਨੇਤਰ ਦਿੰਦਾ ਹੈ, ਸਾਧੂ ਜਨ ਅੰਦਰਲਾ ਨੇਤਰ ਖੋਲ੍ਹਣ ਵਿੱਚ ਮਦਦ ਕਰਦੇ ਨੇ। ਫਿਰ ਦਿਖਾਈ ਦੇਵੇ ਹਰ ਥਾਂ ਤੇ ਰਮਿਆ ਤਿੰਨਾਂ ਭਵਨਾਂ ਵਿੱਚ, ਜਿਵੇਂ ਅੰਧੇ ਨੂੰ ਦਿਖਾਈ ਦੇ ਗਿਆ ਹੋਵੇ, ਨੇਤਰ ਮਿਲ ਗਏ ਹੋਣ। ਪੂਰੇ ਗੁਰੂ ਨੂੰ ਭੇਟਣ ਦਾ ਇਹ ਲਾਭ ਹੈ ਕਿ ਅੱਖ ਪਵਿੱਤਰ ਹੋ ਗਈ, ਹਿਰਦੇ ਦੀ ਅੱਖ ਪਵਿੱਤਰ ਹੋ ਗਈ। ਅੱਖ ਵੀ ਬੜੀ ਅਜੀਬ ਹੈ। ਦੇਖੇ ਤਾਂ ਨਜ਼ਰ ਆਸਮਾਨ ਦੇ ਤਾਰਿਆਂ ਤੱਕ ਦੇਖ ਲੈ, ਲੇਕਿਨ ਜੇ ਇੱਕ ਧੂੜ ਦਾ ਬਾਰੀਕ ਜਿਹਾ ਜ਼ਰਰਾ ਵੀ ਇਸ ਵਿੱਚ ਪੈ ਜਾਏ ਤੇ ਸਾਹਮਣੇ ਖੜੇ ਪਰਬਤ ਵੀ ਇਸ ਅੱਖ ਤੋਂ ਓਝਲ ਹੋ ਜਾਣ। ਪੂਰੇ ਗੁਰੂ ਨੇ ਮੈਲ ਕੱਟ ਦਿੱਤੀ। ਅੱਖ ਦੇ ਪਰਦੇ ਤੇ ਜੰਮੀ ਹੋਈ ਮੈਲ ਪਰਬਤ ਦੇਖਣ ਤੋਂ ਵੀ ਅਸਮਰੱਥ ਕਰ ਦਿੰਦੀ ਹੈ। ਜ਼ਰਰਾ ਤਾਂ ਕੀ ਦੇਖਣਾ, ਇੱਕ ਜ਼ਰਰਾ ਅੱਖ 'ਚ ਪਿਆ ਹੋਇਆ ਅੱਖ ਨੂੰ ਇੰਨੀ ਖਰਾਬ ਕਰ ਸਕਦਾ ਹੈ, ਇੱਕ ਕਿਣਕਾ ਧੂੜ ਦਾ।
ਕਿ ਕੁਝ ਵੀ ਨਾ ਦਿਖਾਈ ਦੇਵੇ। ਪੁਨੀਤ ਕਰ ਦਿੰਦਾ ਹੈ ਪੂਰਾ ਗੁਰੂ, ਕਿਉਂਕਿ ਆਪ ਪੁਨੀਤ ਹੈ, ਪਵਿੱਤਰ ਹੈ। ਉਹ ਸਾਡੀ ਅੱਖ ਵੀ ਪਵਿੱਤਰ ਕਰ ਦਿੰਦਾ ਹੈ ਤੇ ਤਿੰਨਾਂ ਭਵਨਾਂ ਵਿੱਚ ਵਸਦੇ ਨਿਰੰਕਾਰ ਨੂੰ ਇਹ ਅੱਖ ਦੇਖਣ ਦੇ ਸਮਰੱਥ ਹੋ ਜਾਂਦੀ ਹੈ। ਸੋਝੀ ਆ ਗਈ। ਅੰਦੁਲੇ ਤ੍ਰਿਭਵਨ ਸੂਝਿਆ, ਗੁਰ ਭੇਟ ਪੁਨੀਤਾ। ਮਹਿਮਾ ਸਾਧੂ ਸੰਗ ਕੀ, ਸੁਨੋ ਮੇਰੇ ਮੀਤਾ। ਮੈਲ ਖੋਈ ਕੋਟ ਅਗ ਹਰੇ, ਨਿਰਮਲ ਪੈ ਚੀਤਾ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਐ ਮੇਰੇ ਮਿੱਤਰ ਜਨੋ, ਸਾਧੂ ਸੰਗ ਦੀ ਮਹਿਮਾ ਸੁਣੋ, ਵਡਿਆਈ ਸੁਣੋ ਕੀ ਹੈ। ਹਰ ਪ੍ਰਕਾਰ ਦੀ ਮੈਲ ਦੂਰ ਹੋ ਜਾਂਦੀ ਹੈ। ਕਰੋੜਾਂ ਪਾਪਾਂ ਦੀ ਲੱਗੀ ਹੋਈ ਜਨਮ ਜਨਮਾਂਤਰਾਂ ਦੀ ਜੋ ਮਨ ਉੱਪਰ ਕਾਲਖ ਸੀ, ਉਹ ਧੋਤੀ ਜਾਂਦੀ ਹੈ। ਚਿੱਤ ਨਿਰਮਲ ਹੋ ਜਾਂਦਾ ਹੈ। ਫਿਰ ਇਹ ਪੈਂਡਾ ਬਿਖੜਾ ਨਹੀਂ, ਆਸਾਨ ਮਾਰਗ ਬਣ ਗਿਆ। ਠਾਕ ਨਾ ਅਵਕਟ ਘਾਟ, ਕੋਈ ਰੁਕਾਵਟ ਨਾ ਪੈ ਸਕੀ। ਕੋਈ ਵਿਕਾਰ ਇਸ ਸਫ਼ਰ ਨੂੰ ਦੁਖਦਾਈ ਨਾ ਬਣਾ ਸਕਿਆ, ਰੋਕ ਨਾ ਪਾ ਸਕਿਆ। ਵਿਕਾਰ ਨੇੜੇ ਟੁੱਕ ਹੀ ਨਾ ਸਕੇ। ਹਿਰਦਾ ਪਵਿੱਤਰ ਸੀ, ਵੇਖਣ ਵਾਲੀ ਅੱਖ ਸੀ। ਮੁਕਤੀ ਦਾ ਪਦਾਰਥ ਮਿਲ ਗਿਆ। ਮੋਹ ਦੇ ਜਾਲ ਕੱਟੇ ਗਏ। ਵਾਦ ਵਿਵਾਦ ਤੋਂ ਮੁਕਤੀ ਹੋ ਗਈ। ਸੰਸਾਰ ਵਿੱਚ ਵਿਚਰਦਾ ਹਾਂ ਪਰ ਮੁਕਤ ਹਾਂ, ਮੋਹ ਵਿੱਚ ਗਰਸਿਆ ਹੋਇਆ ਨਹੀਂ। ਤੇ ਇਹ ਵੀ ਦੱਸ ਦੇਣਾ ਚਾਹੁੰਦਾ ਹਾਂ ਕਿ ਬਹੁਤ ਲੰਬਾ ਸਮਾਂ ਨਾ ਵੀ ਸਹੀ, ਕਿਉਂਕਿ ਸਤ ਸੰਗਤ ਵਿੱਚ ਨਾ ਜਾਣ ਵਾਲੇ ਮਨੁੱਖ ਪਾਸ ਵੀ ਆਪਣੀ ਆਪਣੀ ਦਲੀਲ ਹੈ। ਇਹ ਸਦੀਆਂ ਤੋਂ ਇੰਜ ਹੀ ਆਖਦਾ ਰਿਹਾ ਹੈ, ਕੋਈ ਅੱਜ ਦੀ ਹੀ ਗੱਲ ਨਹੀਂ ਕਿ ਜ਼ਿੰਦਗੀ ਦੇ ਝਮੇਲੇ ਇਤਨੇ ਨੇ, ਇੰਨੇ ਵਧੇਰੇ ਨੇ ਕਿ ਸੰਗਤ ਕਰਨ ਲਈ ਵਕਤ ਕਿੱਥੇ ਮਿਲਦਾ ਹੈ ਜੀ। ਸਿਰ ਖੁਰਕਣ ਦਾ ਤਾਂ ਵੇਲ ਨਹੀਂ, ਲੋਕਾਂ ਮੁਹਾਵਰਾ ਹੀ ਬਣਾ ਲਿਆ ਹੈ। ਜਿਹੜੇ ਘੰਟਿਆਂ ਬੱਧੀ ਚੁਗਲੀ ਨਿੰਦਾ ਕਰਦੇ ਰਹਿਣ, ਉਹ ਵੀ ਜਪਜੀ ਸਾਹਿਬ ਦੇ ਪਾਠ ਕਰਨ ਤੋਂ ਕਹਿ ਦਿੰਦੇ ਨੇ ਵਕਤ ਕਿੱਥੇ ਹੈ। ਕਥਾ ਕੀਰਤਨ ਸੁਣਨ ਲਈ ਕਿੱਥੇ ਸਮਾਂ ਹੈ ਜੀ। ਨਿੰਦਿਆ ਸੁਣਨ ਲਈ ਹੈ ਉਹਨਾਂ ਹੀ ਆਦਮੀਆਂ ਦੇ ਪਾਸ। ਕਈ ਤਾਂ ਇੱਥੋਂ ਤੱਕ ਵੀ ਆਖਦੇ ਸੁਣੇ ਜਾਂਦੇ ਨੇ ਜੀ, ਮਰਨ ਦੀ ਤਾਂ ਵੇਲ ਨਹੀਂ। ਜਿਵੇਂ ਮੌਤ ਪੁੱਛ ਕੇ ਮਾਰਦੀ ਹੋਵੇ ਕਿ ਤੇਰੇ ਪਾਸ ਵੇਲ ਕਦੋਂ ਹੋਵੇਗਾ। ਉਹ ਆਪੇ ਹੀ ਵਿਹਲਾ ਕਰ ਲੈਂਦੀ ਹੈ, ਵੇਲ ਤੇਰਾ ਨਹੀਂ ਪੁੱਛਦੀ। ਪਰ ਕਬੀਰ ਜੀ ਨੇ ਬੰਦੇ ਦੀ ਇਸ ਦਲੀਲ ਨੂੰ ਜ਼ਰੂਰ ਸੁਣਿਆ ਹੋਵੇਗਾ ਕਈ ਵਾਰੀ ਜੀ, ਵਕਤ ਨਹੀਂ, ਸਮਾਂ ਕਿੱਥੇ। ਕਬੀਰ ਜੀ ਆਖਣ ਲੱਗੇ, ਜੇ ਕਿਸੇ ਲੋਹੇ ਨੇ ਸੋਨਾ ਬਣਨਾ ਹੈ ਤਾਂ ਇਹ ਤਾਂ ਨਹੀਂ ਕਿ ਉਸਨੇ ਬਰਸਾਂ ਤੱਕ ਪਾਰਸ ਨਾਲ ਖਹਿੰਦੇ ਹੀ ਰਹਿਣਾ ਹੈ। ਇੱਕ ਵਾਰੀ ਛੋ ਜਾਣ ਦੀ ਜ਼ਰੂਰਤ ਹੈ। ਸਭ ਕੁਝ ਬਦਲ ਜਾਂਦਾ ਹੈ। ਇਸ ਲਈ ਵਕਤ ਦੀ ਤਾਂ ਗੱਲ ਹੀ ਛੱਡ। ਕਮਾਲ ਦੇ ਬਚਨ ਭਗਤ ਕਬੀਰ ਜੀ ਨੇ ਇਸ ਤੋਂ ਅਗਲੇ ਸ਼ਲੋਕ ਵਿੱਚ ਕਹੇ। ਕਬੀਰ ਏਕ ਘੜੀ ਆਧੀ ਘਰੀ, ਆਧੀ ਹੂੰ ਤੇ ਆਦ। ਭਗਤਨ ਸੇਤੀ ਗੋਸ਼ਟੇ, ਜੋ ਕੀਨੇ ਸੋ ਲਾਭ। ਪੁਰਾਣੇ ਸਮਿਆਂ ਵਿੱਚ ਘੰਟੇ, ਮਿੰਟ, ਸੈਕਿੰਡ ਨਹੀਂ ਸਨ ਗਿਣੇ ਜਾਂਦੇ। ਪਲ, ਮਹੂਰਤ, ਥਿਤ, ਵਾਰ ਗਿਣਤੀਆਂ ਹੋਰ ਸਨ। ਨਿਮਖ, ਚਸਾ, ਪਲ, ਘੜੀ, ਪਹਿਰ, ਇੰਜ ਗਿਣਤੀਆਂ ਸਨ। ਘੜੀਆਂ ਦੀ ਗਿਣਤੀ ਜੋਤਿਸ਼ ਪ੍ਰਭਾਕਰ ਮੁਤਾਬਕ ਤਾਂ ਥੋੜ੍ਹੀ ਅਲੱਗ ਸੀ। 8 ਪਹਿਰਾਂ ਵਿੱਚ 60 ਘੜੀਆਂ ਗਿਣਦੇ ਸਨ। ਪਰ ਆਪਣਾ ਆਪਣਾ ਮਤ ਰਿਹਾ ਹੈ। ਕੁਝ ਮਤ ਵਾਲੇ 64 ਘੜੀਆਂ ਵੀ ਗਿਣਦੇ ਰਹੇ। ਦਿਨ ਰਾਤ ਦੇ 8 ਪਹਿਰ, ਇੱਕ ਪਹਿਰ ਵਿੱਚ 8 ਘੜੀਆਂ। ਇਉਂ ਦਿਨ ਰਾਤ ਦੀਆਂ
64 ਘੜੀਆਂ ਗਿਣੀਆਂ ਜਾਂਦੀਆਂ। ਜਿਹੜੇ 60 ਗਿਣਦੇ ਉਹਨਾਂ ਦੇ ਹਿਸਾਬ ਨਾਲ ਅੱਜ 24 ਮਿੰਟ ਦਾ ਵਕਤ ਇੱਕ ਘੜੀ ਦਾ ਹੈ। ਜੋ 64 ਘੜੀਆਂ ਦੀ ਗਿਣਤੀ ਕਰਦੇ ਨੇ ਉਹਨਾਂ ਦੇ ਮੁਤਾਬਿਕ 22.5 ਮਿੰਟ ਦਾ ਵਕਤ ਬਣਦਾ ਹੈ ਇੱਕ ਘੜੀ ਦਾ। ਕਬੀਰ ਜੀ ਕਹਿੰਦੇ ਨੇ ਬਹੁਤਾ ਵਕਤ ਨਾ ਸਹੀ, ਇੱਕ ਘੜੀ ਭਰ ਹੀ ਕੱਢ ਲਿਆ ਕਰ। ਇੱਕ ਘੜੀ ਨਾ ਸਹੀ ਤੇਰੇ ਪਾਸ ਵਕਤ, ਅੱਧੀ ਘੜੀ ਸਹੀ। ਜੇ ਵੱਡੀ ਘੜੀ ਵੀ ਗਿਣ ਲਈਏ 24 ਮਿੰਟ ਵਾਲੀ ਵੀ ਤਾਂ 12 ਬਣੇ। 22.5 ਦੀ ਮਿੰਟ ਦੀ ਘੜੀ ਗਿਣੀਏ ਤਾਂ 11:15 ਰਹਿ ਗਏ। ਇਹ ਵੀ ਨਹੀਂ ਤੇ ਇਹਦਾ ਵੀ ਅੱਧ ਕਰ ਲੈ, 6 ਮਿੰਟ ਤੋਂ ਵੀ ਘੱਟ ਵਕਤ ਬਣੇਗਾ 22.5 ਮਿੰਟ ਦੀ ਘੜੀ ਗਿਣੀਏ, ਕਿਉਂਕਿ ਕਬੀਰ ਜੀ ਨੇ 64 ਦਾ ਜ਼ਿਕਰ ਕੀਤਾ ਹੈ। ਤੋ ਨਿਰਖਤ ਰਹਿ ਜੀਓ, ਅੱਗੇ ਜ਼ਿਕਰ ਆਵੇਗਾ। ਪਰ ਜੇ 60 ਘੜੀਆਂ ਵੀ ਗਿਣੀਏ ਤਾਂ ਵੀ 6 ਮਿੰਟ ਬਣ ਗਏ। 6 ਮਿੰਟ ਵੀ ਤੇਰੇ ਪਾਸ ਵਕਤ ਨਾ ਹੋਵੇ ਨੇਕ ਪੁਰਸ਼ਾਂ ਦੀ ਸੰਗਤ ਕਰਨ ਨੂੰ, ਇਤਨਾ ਸਮਾਂ ਤਾਂ ਘੱਟ ਨਹੀਂ ਜ਼ਿੰਦਗੀ ਦਾ। ਕਬੀਰ ਏਕ ਘੜੀ ਆਦਿ ਕਰੀ, ਆਦਿ ਹੂੰ ਤੇ ਆਦ। ਭਗਤਨ ਸੇਤੀ ਗੋਸ਼ਟੇ ਜੋ ਕੀਨੇ ਸੋ ਲਾਭ। ਇੱਕ ਹੁੰਦੀ ਹੈ ਗੋਸ਼ਟੀ ਵਿਚਾਰ, ਇੱਕ ਹੁੰਦੀ ਹੈ ਸੰਗਤ। ਸੰਗਤ ਵਿੱਚ ਵੀ ਵਿਚਾਰ ਹੀ ਚੱਲਦੀ ਹੈ। ਭਗਤ ਕਬੀਰ ਜੀ ਨੇ ਆਪਣੀ ਜ਼ਿੰਦਗੀ ਦੇ ਤਜਰਬੇ ਵਿੱਚੋਂ ਇਹ ਗੱਲ ਕਹੀ ਹੈ ਕਿ ਅੱਧੀ ਨਹੀਂ ਚੌਥਾ ਹਿੱਸਾ ਘੜੀ ਸਹੀ। 6 ਮਿੰਟ ਵੀ ਬਹੁਤ ਨੇ। ਜ਼ਿੰਦਗੀ ਦਾ ਤਜਰਬਾ ਕੀ ਹੈ? ਭਗਤ ਰਾਮਾਨੰਦ ਜੀ ਬਨਾਰਸ ਵਿੱਚ ਰਹਿੰਦੇ ਸਨ। ਧਰਮਾਤਮਾ ਪੁਰਸ਼ ਸਨ। ਬਨਾਰਸ ਵਿੱਚ ਬ੍ਰਾਹਮਣਾਂ ਦਾ ਜ਼ੋਰ ਸੀ, ਜੋ ਹਰ ਘੜੀ ਇਸੇ ਪ੍ਰਚਾਰ ਤੇ ਜ਼ੋਰ ਦਿੰਦੇ ਕਿ ਕੋਈ ਸ਼ੂਦਰ ਨਾ ਨਾਮ ਜਪ ਸੁਣ ਸਕਦਾ ਹੈ, ਨਾ ਸੁਣ ਸਕਦਾ ਹੈ, ਨਾ ਧਰਮ ਗ੍ਰੰਥਾਂ ਦਾ ਅਧਿਐਨ ਕਰ ਸਕਦਾ ਹੈ, ਨਾ ਵੇਦਾਂ ਦੀਆਂ ਰਿਚਾਂ ਸੁਣ ਸਕਦਾ ਹੈ। ਸੁਣੇ ਵੀ ਤਾਂ ਕੰਨਾਂ ਵਿੱਚ ਸ਼ੀਸ਼ਾ ਜਾਂ ਸਿੱਕਾ ਪਿਘਲਵਾ ਕੇ ਪਾ ਦਿਓ। ਵਿਦਿਆ ਪੜ੍ਹਨ ਦਾ ਅਧਿਕਾਰ ਨਹੀਂ ਤੇ ਅਨੇਕ ਪ੍ਰਕਾਰ ਦੇ ਵਿਤਕਰੇ ਕੀਤੇ ਜਾਂਦੇ ਸਨ। ਇਹ ਸਾਰੀਆਂ ਗੱਲਾਂ ਕਬੀਰ ਜੀ ਦੇ ਕੰਨੀ ਵੀ ਪਈਆਂ ਹੋਣਗੀਆਂ। ਬੇਸ਼ੱਕ ਰਾਮਾਨੰਦ ਜੀ ਐਸੇ ਨਹੀਂ ਸਨ। ਇਸ ਲਈ ਉਸ ਘਟਨਾ ਨੂੰ ਜਦੋਂ ਅਸੀਂ ਵੇਖਦੇ ਹਾਂ ਜੋ ਕਬੀਰ ਸਾਹਿਬ ਨਾਲ ਵਰਤੀ, ਉਹਨਾਂ ਇੱਕ ਵਾਰੀ ਵੀ ਨਾ ਪੁੱਛਿਆ ਤੂੰ ਸ਼ੂਦਰ ਤਾਂ ਨਹੀਂ, ਕੌਣ ਹੈ? ਘਟਨਾ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਕੀਤਾ ਹੈ। ਹੋਏ ਬਿਰਕਤ ਬਨਾਰਸੀ, ਰਹਿੰਦਾ ਰਾਮਾਨੰਦ ਗੁਸਾਈ। ਸੰਸਾਰ ਦੇ ਮੋਹ ਮਾਇਆ ਤੋਂ ਉੱਚੀ ਬਿਰਤੀ ਵਾਲਾ ਹੈ। ਅੰਮ੍ਰਿਤ ਵੇਲੇ ਉੱਠ ਕੇ ਜਾਂਦਾ ਗੰਗਾ ਨਹਾਵਣ ਤਾਈਂ। ਰੋਜ਼ਾਨਾ ਅੰਮ੍ਰਿਤ ਵੇਲੇ ਗੰਗਾ ਤੇ ਇਸ਼ਨਾਨ ਕਰਨ ਲਈ ਜਾਂਦੇ ਨੇ। ਕਬੀਰ ਜੀ ਨੇ ਜੁਗਤ ਲੱਭ ਲਈ। ਜਿਨ੍ਹਾਂ ਚਰਨ ਪਰਸਣੇ ਨੇ ਉਹ ਵਕਤ ਵੀ ਕੱਢ ਲੈਂਦੇ ਨੇ, ਜੁਗਤ ਵੀ ਲੱਭ ਲੈਂਦੇ ਨੇ ਕਿ ਘਾਟ ਦੀਆਂ ਪੌੜੀਆਂ ਤੋਂ ਉਤਰਦੇ ਨੇ ਇਸ਼ਨਾਨ ਲਈ। ਅੱਧੀ ਰਾਤ ਹੀ ਜਾ ਕੇ ਘਾਟ ਦੀਆਂ ਪੌੜੀਆਂ ਤੇ ਲੇਟ ਗਏ। ਚਰਨ ਛੋਵੇਗਾ ਲੋਹਾ ਪਾਰਸ ਨੂੰ ਛੋ ਗਿਆ। ਜੋ ਮੁਖ ਤੋਂ ਬਚਨ ਕਰਨਗੇ ਉਪਦੇਸ਼ ਹੀ ਹੋਵੇਗਾ। ਸਾਧੂ ਦੀ ਰਸਨਾ ਤੋਂ ਤਾਂ ਪਰਮਾਤਮਾ ਦਾ ਜ਼ਿਕਰ ਹੀ ਨਿਕਲਣਾ ਹੈ। ਹੋਏ ਬਿਰਕਤ ਬਨਾਰਸੀ, ਰਹਿੰਦਾ ਰਾਮਾਨੰਦ ਗੁਸਾਈ। ਅੰਮ੍ਰਿਤ ਵੇਲੇ ਉੱਠ ਕੇ ਜਾਂਦਾ ਗੰਗਾ ਨਹਾਵਣ ਤਾਈਂ। ਅੱਗੋਂ ਹੀ ਦੇ ਜਾਏ ਕੈ ਲੰਮਾ ਪਿਆ ਕਬੀਰ ਤਿਥਾਈ। ਘਟਨਾ ਕਿੰਜ ਵਰਤੀ, ਪੈਰੀ ਟੁੰਬ ਉਠਾ ਲਿਆ, ਬੋਲੋ ਰਾਮ ਸਿੱਖ ਸਮਝਾਈ। ਬਸ ਚਰਨ ਛੋਇਆ ਆਖਣ ਲੱਗੇ, ਉੱਠ ਰਾਮ ਕੇ ਰਾਮ ਕਹੋ। ਕਿੱਥੇ ਪੌੜੀਆਂ 'ਚ ਲੇਟੇ ਆਈ, ਜਪਣ ਦਾ ਵੇਲਾ ਹੋ ਗਿਆ। ਰਾਮ ਦਾ ਬੰਦਾ ਹੈ। ਕਿੰਨੇ ਪਿਆਰੇ ਬਚਨ ਹੋਣਗੇ ਰਾਮਾਨੰਦ ਜੀ ਦੇ। ਉੱਠ ਰਾਮ ਕੇ ਰਾਮ ਕਹੋ।
ਕੋਈ ਜ਼ਾਤ ਪਾਤ ਮਜ਼ਹਬ ਕੁਝ ਨਹੀਂ ਪੁੱਛਿਆ। ਉੱਠ ਰੱਬ ਦੇ ਬੰਦਿਆ, ਰੱਬ ਨੂੰ ਜਪ, ਮੰਤਰ ਹੋ ਗਿਆ। ਭਾਈ ਗੁਰਦਾਸ ਜੀ ਕਹਿੰਦੇ ਨੇ, ਜਿਉਂ ਲੋਹਾ ਪਾਰਸ ਛੂਹੇ ਚੰਦਨ ਵਾਸ ਨਿੰਮ ਮਹਿਕਾਈ। ਜਿਵੇਂ ਲੋਹਾ ਪਾਰਸ ਨੂੰ ਛੋ ਜਾਏ ਤੇ ਸੋਹਣਾ ਬਣ ਜਾਏ, ਜਿਵੇਂ ਚੰਦਨ ਦੀ ਸੰਗਤ ਕਰਕੇ ਨਿੰਮ ਵੀ ਮਹਿਕ ਉੱਠੇ, ਇਉਂ ਪਲ ਵਿੱਚ ਕਬੀਰ ਜੀ ਮਹਿਕ ਗਏ, ਖੁਸ਼ਬੂ ਨਾਲ ਭਰ ਗਏ ਤੇ ਇੱਥੇ ਤੱਕ ਪੁੱਜ ਗਏ ਕਿ ਰਾਮ ਕਬੀਰ ਹੈ ਭੇਦ ਨਾ ਪਾਈ। ਇਸ ਅਵਸਥਾ ਨੂੰ ਉਹਨਾਂ ਨੇ ਪਾਲਿਆ। ਤਾਂ ਇਸ ਅਵਸਥਾ ਵਿੱਚੋਂ ਸਾਨੂੰ ਉਪਦੇਸ਼ ਦੇਣ ਲਈ ਵੀ ਇਹ ਬਚਨ ਲਿਖੇ ਕਿ ਪਲ ਵਿੱਚ ਜ਼ਿੰਦਗੀ ਬਦਲ ਸਕਦੀ ਹੈ। ਕਬੀਰ ਏਕ ਘੜੀ ਆਦਿ ਕਰੀ, ਆਦਿ ਹੂੰ ਤੇ ਆਦ, ਭਗਤਨ ਸੇਤੀ ਗੋਸ਼ਟੇ ਜੋ ਕੀਨੇ ਸੋ ਲਾਭ। ਸਾਧੂਆਂ ਦੀ ਸੰਗਤ ਤੇ ਵਿਚਾਰ ਜਿਤਨੀ ਵੀ ਕਰ ਲਈ ਜਾਏ ਉਤਨੀ ਲਾਹੇਵੰਦੀ ਹੀ ਹੈ। ਭਗਤਨ ਸੇਤੀ ਗੋਸ਼ਟੇ ਜੋ ਕੀਨੇ ਸੋ ਲਾਭ। ਇਸ ਤੋਂ ਅਗਲਾ ਸ਼ਲੋਕ ਹੈ, ਕਬੀਰ ਭਾਂਗ ਮਾਛੁਲੀ ਸੁਰਾਪਾਨ ਜੋ ਜੋ ਪ੍ਰਾਨੀ ਖਾਹੇ, ਤੀਰਥ ਵਰਤ ਨੇਮ ਕੀਏ ਤੇ ਸਭੈ ਰਸਾਤਲ ਜਾਹੇ। ਮੋਟੇ ਤੌਰ ਤੇ ਅਰਥ ਹਨ ਜੋ ਹੋਰ ਨੇਮ ਵੀ ਨਿਭਾਉਂਦੇ ਹੋਣ, ਤੀਰਥ ਯਾਤਰਾ ਵੀ ਕਰਦੇ ਹੋਣ, ਵਰਤ ਵੀ ਸਾਧਦੇ ਹੋਣ, ਨਾਲ ਸ਼ਰਾਬ ਕਬਾਬ ਦਾ ਇਸਤੇਮਾਲ ਵੀ ਕਰਦੇ ਹੋਣ, ਭੰਗ ਮੱਛੀ ਵੀ ਖਾਂਦੇ ਹੋਣ, ਪੀਂਦੇ ਹੋਣ, ਉਹਨਾਂ ਦੇ ਤੀਰਥ ਵਰਤ ਵਾਲੇ ਕਰਮ ਬਿਲਕੁਲ ਬੇਅਰਥ ਚਲੇ ਜਾਂਦੇ ਹਨ। ਪਰ ਜਦ ਅਸੀਂ ਪਹਿਲੇ ਸ਼ਲੋਕਾਂ ਨੂੰ ਦੇਖਦੇ ਹਾਂ ਜਿਨ੍ਹਾਂ ਵਿੱਚ ਹਜ ਕਾਬੇ ਹੋਂ ਜਾਇਥਾ ਦਾ ਜ਼ਿਕਰ ਆਇਆ ਸੀ, ਜਾਂ ਧਰਮ ਦੇ ਨਾਂ 'ਤੇ ਚਾਹੇ ਦੇਵਤਿਆਂ ਦੀ ਪ੍ਰਸੰਨਤਾ ਲਈ ਹੋਣ ਚਾਹੇ ਰੱਬ ਦੇ ਨਾਂ 'ਤੇ ਹੋਣ, ਜੀਵ ਹੱਤਿਆ ਕੀਤੀ ਜਾਂਦੀ ਸੀ, ਜੀਵ ਕਤਲ ਕੀਤੇ ਜਾਂਦੇ ਸਨ। ਹਿੰਦੁਸਤਾਨ ਅੰਦਰ ਐਸਾ ਵੀ ਰਿਹਾ ਕਿ ਧਰਮ ਦੇ ਨਾਮ 'ਤੇ ਵੀ ਨਸ਼ੇ ਪ੍ਰਚਲਿਤ ਹੁੰਦੇ ਰਹੇ, ਚੱਲਦੇ ਰਹੇ। ਖਾਣ ਪੀਣ ਦੇ ਸੰਬੰਧ ਵਿੱਚ ਸਤਿਗੁਰੂ ਜੀ ਨੇ ਬਹੁਤ ਸਪਸ਼ਟ ਫੈਸਲਾ ਦਿੱਤਾ ਹੈ। ਪਹਿਨਣ ਦੇ ਸੰਬੰਧ ਵਿੱਚ ਵੀ, ਜੇ ਪਹਿਨਣ ਦੀ ਗੱਲ ਆਈ ਤਾਂ ਵੀ ਹਜ਼ੂਰ ਨੇ ਆਖਿਆ ਕਿ ਉਹ ਪਹਿਨੀ ਜਿਹਦੇ ਪਹਿਨਿਆਂ ਮਨ ਵਿੱਚ ਵਿਕਾਰ ਨਾ ਉੱਠਣ, ਸਰੀਰ ਰੋਗੀ ਨਾ ਹੋਵੇ। ਖਾਈ ਵੀ ਉਹੀ ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧੈ ਤਨ ਪੀੜੀਐ ਮਨ ਮੈਂ ਚੱਲੈ ਵਿਕਾਰ। ਉਹ ਖਾਣਾ ਭੈੜਾ ਹੈ ਜਿਹਦੇ ਖਾਧਿਆਂ ਸਰੀਰ ਰੋਗੀ ਹੋਵੇ, ਮਨ ਵਿੱਚ ਵਿਕਾਰ ਪੈਦਾ ਹੋਣ। ਲੇਕਿਨ ਧਰਮ ਦੇ ਨਾਂ 'ਤੇ ਨਸ਼ੇ ਪ੍ਰਚਲਿਤ ਰਹੇ, ਮਾਸ ਖਾਧਾ ਜਾਂਦਾ ਰਿਹਾ ਧਰਮ ਦੇ ਨਾਮ 'ਤੇ ਜੀਵਾਂ ਨੂੰ ਕਤਲ ਕਰਕੇ, ਦੇਵੀ ਦੇਵਤਿਆਂ ਨੂੰ ਬਲੀਆਂ ਦੇਣ ਦੇ ਨਾਂ 'ਤੇ। ਮਨੂ ਜੀ ਦੇ ਬਚਨ, ਲਘੂ ਅਤਰੀ ਸੰਹਿਤਾ ਦੇ ਬਚਨ, ਬ੍ਰਿਧ ਅਤਰ ਸੰਹਿਤਾ ਦੇ ਬਚਨ ਮੈਂ ਸੰਖੇਪ ਵਿੱਚ ਇਸ ਪੱਖ ਤੋਂ ਆਪ ਨਾਲ ਸਾਂਝੇ ਕਰਨੇ ਚਾਹੁੰਦਾ। ਮੰਨੂ ਜੀ ਆਖਦੇ ਨੇ, ਜੇ ਉਮਰ ਵਧਾਉਣੀ ਹੋਵੇ ਤਾਂ ਪੂਰਬ ਵੱਲ ਮੂੰਹ ਕਰਕੇ ਖਾਣਾ ਖਾਣਾ ਚਾਹੀਦਾ ਹੈ। ਯਸ ਖੱਟਣਾ ਹੋਵੇ ਤਾਂ ਦੱਖਣ ਵੱਲ, ਧਨ ਦੀ ਪ੍ਰਾਪਤੀ ਕਰਨੀ ਹੈ ਤਾਂ ਪੱਛਮ ਵੱਲ, ਸੱਚ ਦੀ ਪ੍ਰਾਪਤੀ ਕਰਨੀ ਹੋਵੇ ਤਾਂ ਉੱਪਰ ਵੱਲ ਨੂੰ ਮੂੰਹ ਕਰਕੇ ਭੋਜਨ ਕਰੋ। ਭੋਜਨ ਛਕਣ ਦੀਆਂ ਵੀ ਜੁਗਤਾਂ ਲਿਖੀਆਂ। ਪਰ ਮੈਨੂੰ ਅਧਿਆਏ 3 ਦੇ ਸ਼ਲੋਕ ਨੰਬਰ 232 ਵਿੱਚ ਇੱਕ ਹੋਰ ਗੱਲ ਕਹਿੰਦੇ ਨੇ। ਉਹ ਕਹਿੰਦੇ ਨੇ, ਜਿਹੜਾ ਕੱਪੜੇ ਨਾਲ ਸਿਰ ਢੱਕ ਕੇ ਤੇ ਦੱਖਣ ਵੱਲ ਮੂੰਹ ਕਰਕੇ ਜੁੱਤੀ ਪਹਿਨ ਕੇ ਰੋਟੀ ਖਾਂਦਾ ਹੈ, ਉਹਦੇ ਭੋਜਨ ਨੂੰ ਰਾਖਸ਼ ਖਾ ਜਾਂਦੇ ਨੇ। ਮੈਂ ਕੇਵਲ ਵਿਚਾਰ ਉਸ ਤੇ ਦੱਸ ਰਿਹਾ। ਲਘੂ ਅਤਰੀ ਸੰਹਿਤਾ ਵਿੱਚ ਕਹਿੰਦੇ ਨੇ, ਭੋਜਨ ਕਰਨ ਵੇਲੇ ਪੈਰ ਗਿੱਲੇ ਹੋਣੇ ਚਾਹੀਦੇ ਨੇ। ਵਸਤਰ ਨਾਲ ਪੂੰਝ ਕੇ ਜੇ ਕੋਈ ਖੁਸ਼ਕ ਕਰ ਲੈਂਦਾ ਹੈ ਤੇ ਮਹਾਪਾਪ ਹੈ। ਵਿਰਧ ਅਤਰੀ ਸੰਹਿਤਾ ਵਿੱਚ ਜ਼ਿਕਰ ਹੈ ਕਿ ਖੱਬੇ ਹੱਥ ਨਾਲ ਖਾਣਾ ਸ਼ਰਾਬ ਪੀਣ ਦੇ ਬਰਾਬਰ ਹੈ, ਜਿਵੇਂ ਖੱਬੇ ਹੱਥ ਵਿੱਚ ਹੀ ਨਸ਼ਾ ਭਰਿਆ ਹੋਵੇ। ਅਤਰੀ ਸੰਹਿਤਾ ਵਿੱਚ ਬੜੀ ਅਜੀਬ ਗੱਲ ਲਿਖੀ ਹੈ ਕਿ ਜੇ ਲੋਹੇ ਦੇ ਭਾਂਡੇ 'ਚ ਅੰਨ ਦਿੱਤਾ ਜਾਵੇ ਤਾਂ ਅੰਨ ਵਿਸ਼ਟਾ ਦੇ ਤੁੱਲ ਹੋ ਜਾਂਦਾ ਹੈ,
ਤੇ ਖਾਣ ਵਾਲਾ ਨਰਕ ਨੂੰ ਜਾਂਦਾ। ਇਸੇ ਤਰ੍ਹਾਂ ਹੋਰ ਅਨੇਕ ਪ੍ਰਕਾਰ ਦੇ ਭਰਮ ਪਾਏ ਗਏ ਕਿ ਜੇ ਬ੍ਰਾਹਮਣ ਦਰਖਤ ਤੇ ਚੜ੍ਹਿਆ ਹੋਇਆ ਫਲ ਖਾਂਦਾ ਹੋਵੇ ਤੇ ਦਰਖਤ ਦੀ ਜੜ੍ਹ ਨੂੰ ਚੰਡਾਲ ਦਾ ਲੱਗ ਜਾਏ, ਹੱਥ ਛੋ ਜਾਏ, ਤਾਂ ਬ੍ਰਾਹਮਣ ਨੂੰ ਸ਼ੁੱਧੀ ਵਾਸਤੇ ਪ੍ਰਾਸ਼ਚਿਤ ਕਰਨਾ ਚਾਹੀਦਾ ਹੈ। ਉਹ ਵੀ ਅਪਵਿੱਤਰ ਹੋ ਗਿਆ ਹੈ। ਮਾਸ ਦੇ ਸੰਬੰਧ ਵਿੱਚ ਕਹਿੰਦੇ ਨੇ ਲਸਣ, ਗਾਜਰ, ਗੱਠਾ, ਖੁੰਭ ਤੇ ਰੇਹ ਪਾ ਕੇ ਪੈਦਾ ਕੀਤਾ ਸਾਗ ਬਿਲਕੁਲ ਨਾ ਖਾਇਓ। ਦੇਵਤਾ ਨੂੰ ਚੜ੍ਹਾਉਣ ਤੋਂ ਬਿਨਾਂ ਮਾਸ ਨਾ ਖਾਇਓ। ਖਾਓ ਜ਼ਰੂਰ, ਪਰ ਪਹਿਲਾਂ ਦੇਵਤੇ ਨੂੰ ਭੋਗ ਲਵਾ ਲਓ, ਮੂਰਤੀ ਅੱਗੇ ਰੱਖ ਲਓ। ਜੇ ਮਾਸ ਖਾਣਾ ਹੋਵੇ ਤਾਂ ਫਿਰ ਕਿਸਮਾਂ ਦੱਸੀਆਂ ਗਈਆਂ ਕਿ ਪਠੀਨ ਤੇ ਰੋਹ ਮੱਛੀ ਦਾ ਮਾਸ ਖਾਓ, ਇਹ ਧਾਰਮਿਕ ਹੈ, ਦੇਵਤੇ ਪ੍ਰਸੰਨ ਹੁੰਦੇ ਨੇ। ਹੋਰ ਮੱਛੀ ਨਾ ਖਾਣਾ। ਸੇ, ਗੋ, ਕੱਛੂ, ਸਹਾ ਤੇ ਊਠ ਬਿਨਾਂ ਸ਼ੰਕੇ ਤੋਂ ਖਾ ਲਓ। ਇਹ ਮੰਨੂ ਜੀ ਦਾ ਫਰਮਾਨ ਹੈ। ਅਨੇਕ ਪ੍ਰਕਾਰ ਦੀਆਂ ਪੂਜਾ ਦੀਆਂ ਜੁਗਤੀਆਂ ਵਿੱਚ ਭੰਗ ਦਾ ਪ੍ਰਸ਼ਾਦ ਚੜਾਉਣਾ, ਭੋਗ ਲਵਾਉਣਾ, ਸ਼ਰਾਬ ਦਾ ਪ੍ਰਸ਼ਾਦ ਆਖ ਕੇ ਵਰਤਾਉਣਾ, ਇਹ ਵੀ ਪ੍ਰਚਲਿਤ ਰਿਹਾ ਹੈ। ਧਰਮ ਦੇ ਨਾਮ ਹੇਠ ਮਨੁੱਖ ਆਪਣੀ ਅਯਾਸ਼ੀ ਕਰਦਾ ਸਾਨੂੰ ਦਿਖਾਈ ਦਿੰਦਾ ਹੈ। ਕਬੀਰ ਜੀ ਕਹਿੰਦੇ ਨੇ, ਇੱਕ ਪਾਸੇ ਤੀਰਥ ਰਚਦੇ ਹੋ, ਵਰਤ ਨੇਮ ਸਾਧਦੇ ਹੋ, ਦੂਜੇ ਪਾਸੇ ਧਰਮ ਦੇ ਨਾਮ ਹੇਠ ਇਹ ਸਭ ਪ੍ਰਪੰਚ ਵੀ ਕਰਦੇ ਹੋ, ਭੰਗ, ਮੱਛੀ, ਸ਼ਰਾਬ ਆਦਿਕ ਵਰਤਾਉਂਦੇ ਹੋ, ਖਾਂਦੇ ਹੋ। ਇਹ ਤੁਸੀਂ ਧਰਮ ਕਰਮ ਕਰ ਰਹੇ ਹੋ ਜਾਂ ਪਾਪ ਕਰ ਰਹੇ ਹੋ? ਸਭ ਗਵਾ ਲਓਗੇ, ਕਿਸੇ ਅਰਥ ਨਹੀਂ। ਇਸ ਤੋਂ ਅਗਲਾ ਸ਼ਲੋਕ ਹੈ, ਨੀਚੇ ਲੋਏ ਨ ਕਰ ਰਹੋ, ਲੈ ਸਾਜਨ ਘਟ ਮਾਹੇ, ਸਭ ਰਸ ਖੇਲੋਂ ਪੀ ਸੋ, ਕਿਸੀ ਲਖਾਵੋ ਨਾਹੇ। ਮੈਂ ਅੱਖਾਂ ਨੀਵੀਆਂ ਕਰਕੇ ਰਹਾਂ, ਅੱਖਾਂ ਨੀਵੀਆਂ ਰੱਖਦੀ ਹਾਂ, ਆਪਣੇ ਆਪ ਨੂੰ ਸੁਹਾਗਣ ਜਿੰਦ ਦੱਸ ਰਹੀ ਹੈ। ਲੈ ਸਾਜਨ ਘਟ ਮਾਹੇ, ਤੇ ਉਸ ਸੱਜਣ ਨੂੰ ਮੈਂ ਆਪਣੇ ਹਿਰਦੇ ਵਿੱਚ ਵਸਾਇਆ ਹੋਇਆ ਹੈ, ਕਮਾਇਆ ਹੋਇਆ ਹੈ। ਸੱਜਣ ਨੂੰ ਹਿਰਦੇ ਵਿੱਚ ਰੱਖ ਕੇ ਮੈਂ ਅੱਖਾਂ ਨੀਵੀਆਂ ਕਰ ਲਈਆਂ ਨੇ, ਹੋਰ ਪਾਸੇ ਕਿਸੇ ਦਿਸ਼ਾ ਵੱਲ ਤੱਕਿਆ ਨਹੀਂ। ਸਭ ਰਸ ਖੇਲੋਂ ਪੀ ਸੋ, ਕਿਸੀ ਲਖਾਵੋ ਨਾ ਹੈ। ਤੇ ਇਸੇ ਤਰ੍ਹਾਂ ਸਾਰੇ ਰਸ ਉਸ ਪਿਰ ਦੇ ਨਾਲ ਮੈਂ ਮਾਣਦੀ ਹਾਂ। ਇਹੀ ਪ੍ਰੇਰਨਾ ਸੰਸਾਰ ਦੇ ਰਸਾਂ ਵਿੱਚ ਖੇਡਣ ਦੀ ਥਾਂ ਮੈਂ ਪ੍ਰਭੂ ਪਤੀ ਨਾਲ ਸਾਰੇ ਰੰਗ ਮਾਣਦੀ ਹਾਂ, ਤੇ ਇਹ ਭੇਤ ਕਿਸੇ ਨੂੰ ਦੱਸਦੀ ਨਹੀਂ। ਇਹ ਜਿੰਦ ਦੀ ਇੱਕ ਵਿਚਾਰ ਹੈ। ਲੇਕਿਨ ਇਸ ਵਿਚਾਰ ਦੇ ਹੇਠ ਵੀ ਸੰਸਾਰ ਵਿੱਚ ਪਾਖੰਡ ਚੱਲਦੇ ਰਹੇ। ਗੱਲ ਚੰਗੀ ਹੈ, ਉਸ ਕੰਤ ਪ੍ਰਭੂ ਨਾਲ ਇੱਕ ਰਸ ਹੋ ਜਾਣਾ, ਤੇ ਕੋਈ ਐਲਾਨ ਕਰਨ ਦੀ ਜ਼ਰੂਰਤ ਵੀ ਨਹੀਂ ਕਿ ਦੁਨੀਆ ਨੂੰ ਦੱਸਦੇ ਫਿਰੋ। ਲੇਕਿਨ ਲੋਕਾਂ ਨੇ ਕੀ ਕੁਝ ਕੀਤਾ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਸਤਿਗੁਰੂ ਜੀ ਸਿਆਲਕੋਟ ਤੋਂ ਜਦੋਂ ਹੇਠ ਨੂੰ ਵਿਚਰਦੇ ਲਾਹੌਰ ਵਾਲੇ ਪਾਸੇ ਦੇ ਦੱਖਣੀ ਪੰਜਾਬ ਨੂੰ ਤੁਰੇ, ਤੇ ਰਸਤੇ ਵਿੱਚ ਇੱਕ ਨਗਰ ਆਇਆ। ਏਕ ਨਗਰ ਮਹਿ ਬੈਸੇ ਜਾਈ, ਜਹਾਂ ਕਨੇਰੇ ਤੁਰਕ ਰਹਾਈ, ਚੰਦ ਰਾਤ ਥੀ ਤਿਸ ਦਿਨ ਮਾਹੀ, ਬਹੁ ਨਰਕੋ ਭਾ ਮੇਲ ਤਹਾਂ ਹੀ। ਉਸ ਦਿਨ ਏਕਮ ਦਾ ਚੰਦ ਸੀ। ਜਦ ਚੰਦ ਵਧਣਾ ਸ਼ੁਰੂ ਹੁੰਦਾ ਹੈ, ਦੂਜ ਦੇ ਚੰਦ ਨੂੰ ਲੋਕ ਪੂਜਦੇ ਸਨ। ਇਸ ਨਗਰ ਵਿੱਚ ਬੜਾ ਮੇਲਾ ਲੱਗਾ ਹੋਇਆ। ਸਤਿਗੁਰੂ ਏਕਮ ਨੂੰ ਪੁੱਜੇ, ਦੂਜ ਨੂੰ ਇੱਥੇ ਇੱਕ ਘਟਨਾ ਵਰਤਣੀ ਸੀ। ਇੱਥੇ ਇੱਕ ਆਦਮੀ ਦੰਭੀ ਫਕੀਰ ਰਹਿੰਦਾ ਸੀ, ਪਾਖੰਡੀ, ਜਿਹੜਾ ਆਖਦਾ ਸੀ ਕਿ ਦੂਜ ਦੀ ਰਾਤ ਮੇਰਾ ਸ਼ੌ ਪ੍ਰਮਾਤਮਾ ਮੇਰੇ ਪਾਸ ਆਉਂਦਾ ਹੈ, ਮੈਂ ਉਸ ਦੀ ਸੁਹਾਗਣ ਹਾਂ, ਤੇ ਉਹ ਮੇਰੇ ਨਾਲ ਸੇਜ ਤੇ ਸਾਰੀ ਰਾਤ ਰਹਿੰਦਾ ਹੈ।
ਉਸ ਦਿਨ ਇਹ ਸੁਹਾਗਣਾ ਵਾਲਾ ਲਿਬਾਸ ਕਰਕੇ ਆਪਣੇ ਅੰਦਰ ਵੜ ਜਾਂਦਾ। ਚੇਲੇ ਚਾਟੜੇ ਬਾਹਰ ਪਹਿਰੇਦਾਰ ਰੱਖੇ ਹੋਏ, ਜਿਹਨੇ ਮੁਰਾਦਾਂ ਪੂਰੀਆਂ ਕਰਾਉਣੀਆਂ ਨੇ ਉਹ ਆ ਕੇ ਰਾਤ ਤੋਂ ਬੈਠ ਜਾਣ। ਜਦ ਮੈਂ ਸਵੇਰੇ ਉਸ ਕੰਤ ਤੋਂ ਵਿਹਲਿਆਂ ਹੋ ਕੇ ਬਾਹਰ ਨਿਕਲਾਂ, ਬਸ ਜਿਸ ਤੇ ਨਜ਼ਰ ਪੈ ਗਈ ਬੇੜਾ ਪਾਰ। ਲੋਕ ਸਸਤਾ ਸੌਦਾ ਪਾਲਦੇ ਹਨ, ਦੁਨੀਆ ਇਕੱਠੀ ਹੋ ਜਾਂਦੀ, ਢੋਲ ਵਜਾ ਕੇ ਦੂਰ ਦੂਰ ਤੱਕ ਐਲਾਨ ਕੀਤੇ ਜਾਂਦੇ, ਸਤਿਗੁਰੂ ਗਏ। ਦੂਜ ਚਾਂਦ ਕੀ ਰਾਤ ਕੋ ਸ਼ੌ ਆਵੇ ਮੁਝ ਪਾਸ, ਤੇਹ ਦਰ ਧੁੰਦ ਨੌਬਤਾਂ ਬਾਜਤ ਹੋਤ ਹੁਲਾਸ। ਇਹ ਫੁੱਲਾਂ ਦੀ ਸੇਜ ਵਿਛਾਉਂਦਾ, ਰੁਚਿਰ ਪੁਸ਼ਪ ਕੀ ਸੇਜ ਵਿਛਾਵੇ, ਨਿਜ ਆਵਾਸ ਬਹੁ ਦੀਪ ਜਗਾਵੇ। ਸ਼ੌ ਸੁਹਾਗਣ ਨਾਮ ਧਰਾਇਓ, ਸਭ ਲੋਕਨ ਮਹਿਮਾਨ ਵਧਾਇਓ। ਆਪਣਾ ਨਾਮ ਸ਼ੌ ਸੁਹਾਗਣ ਰੱਖ ਲਿਆ, ਮੈਂ ਸ਼ੌ ਦੀ ਸੁਹਾਗਣ ਹਾਂ। ਮਿਲਣਾ ਕਿਸੇ ਨੂੰ ਨਹੀਂ ਉਸ ਰਾਤ। ਸਤਿਗੁਰੂ ਗਏ, ਲੋਕ ਭੇਟਾ ਲਿਆ ਰਹੇ ਨੇ, ਬਹੁਤ ਧਨ ਅਰਪਣ ਕਰ ਰਹੇ ਨੇ, ਪਦਾਰਥ ਰੱਖ ਰਹੇ ਨੇ, ਚੇਲੇ ਸੰਭਾਲੀ ਜਾ ਰਹੇ ਨੇ, ਦਰਵਾਜ਼ੇ 'ਤੇ ਨਿਸ਼ਾਨ ਗੱਡੇ ਹੋਏ ਨੇ, ਇਸਨੇ ਆਪਣੇ ਝੁਲਾਏ ਹੋਏ ਨੇ, ਆਪ ਅੰਦਰ ਬੈਠਾ ਹੈ। ਸਤਿਗੁਰੂ ਜੀ ਨੇ ਜਿਸ ਮਾਈ ਦੇ ਘਰ ਠਹਿਰੇ ਉਸ ਨੂੰ ਪੁੱਛਿਆ ਕਿ ਇਹ ਚੱਕਰ ਕੀ ਹੈ, ਇਹ ਰੌਲਾ ਰੱਪਾ ਕਿਸ ਗੱਲ ਦਾ ਹੈ। ਤੇ ਉਸ ਬੀਬੀ ਨੇ ਆਖਿਆ, ਕਹਿ ਤੀ ਇੱਕ ਰਹਿ ਫਕੀਰ, ਤੇਹ ਦਰ ਮਾਨਵ ਕੀ ਬਹੁ ਭੀਰ। ਆਜ ਆਨੰਦ ਅਧਿਕ ਤੇਹ ਧਾਮੂ, ਸ਼ੌ ਸੁਹਾਗਣ ਜਿਸ ਕੋ ਨਾਮੂ। ਸਤਿਗੁਰੂ ਸੁਣ ਕੇ ਮੁਸਕਰਾ ਪਏ ਤੇ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਜਾ ਪੁੱਜੇ। ਦਰਬਾਨ ਨੂੰ ਆਖਿਆ, ਭਾਈ ਜਾ ਅੰਦਰ ਸੁਨੇਹਾ ਦੇ ਕਿ ਕੋਈ ਫਕੀਰ ਦਰਵੇਸ਼ ਆਏ ਨੇ ਮਿਲਣ ਵਾਸਤੇ, ਸਾਡੇ ਨਾਲ 2 ਘੜੀਆਂ ਮੁਲਾਕਾਤ ਹੋ ਜਾਏ। ਜਿਸ ਹੱਦ ਤੱਕ ਜਾਣ ਦੀ ਦਰਬਾਨ ਨੂੰ ਇਜਾਜ਼ਤ ਸੀ, ਉੱਥੇ ਪਹੁੰਚ ਕੇ ਆਵਾਜ਼ ਦੇ ਕੇ ਨਿਮਰਤਾ ਨਾਲ ਪੁੱਛਦਾ, ਜੀ ਕੋਈ ਦਰਵੇਸ਼ ਆਏ ਨੇ? ਠਾਂਡੇ ਹੋਏ ਦੂਰ ਦਰਵਾਨਾ, ਜਾਏ ਤਾਹੇ ਸੋ ਬਚਨ ਬਖਾਨਾ। ਦਰ ਦਰਵੇਸ਼ ਤੁਮਾਰੇ ਆਏ, ਮਿਲਨ ਚਾਹੇ ਰਾਵਰ ਅਧਿਕਾਏ। ਜੋ ਅਬ ਆਇਸ ਹੋਏ ਤੁਮਾਰੀ, ਕਰ ਹੈ ਜਾਰਤ ਆਏ ਅਗਾਰੀ। ਜੇ ਆਗਿਆ ਹੋਵੇ ਤੇ ਆ ਕੇ ਤੁਹਾਡੇ ਦਰਸ਼ਨ ਕਰ ਲੈਣ। ਉੱਤਰ ਦੀਨ ਪਖੰਡੀ ਗਾਢੇ, ਬਰਜੋ ਦਰ ਪਰ ਰਾਖੋ ਠਾਂਡੇ। ਆਜ ਹੋਤ ਮੁਝ ਸ਼ੌ ਕੋ ਦਰਸ਼ਨ, ਨਹਿ ਅਵਲੋਕੋਂ ਕਿਸ ਇੱਕ ਤਿਸ ਬਿਨ। ਉਸ ਫਕੀਰ ਨੇ ਆਖਿਆ, ਜਾ ਕੇ ਆਖ ਦੇ, ਅੱਜ ਮੈਂ ਕਿਸੇ ਨੂੰ ਦਰਸ਼ਨ ਨਹੀਂ ਦੇਣੇ, ਅੱਜ ਤਾਂ ਮੇਰੇ ਸ਼ੌ ਨੇ ਆਉਣਾ। ਸਤਿਗੁਰੂ ਹੱਸ ਕੇ ਆ ਗਏ, ਕਹਿਣ ਲੱਗੇ, ਆਡੰਬਰ ਹੈ, ਆਡੰਬਰ ਕਿੰਨੀ ਦੇਰ ਚੱਲੇਗਾ, ਆਖਰ ਪ੍ਰਗਟ ਹੋ ਜਾਂਦਾ ਹੈ। ਉਸੇ ਰਾਤ ਹੀ ਪ੍ਰਗਟ ਹੋ ਗਿਆ। ਕੁਦਰਤ ਦਾ ਕਰਨਾ ਵੀ ਅਜੀਬ। ਕਿਸੇ ਗੱਲ ਤੋਂ ਝਗੜਾ ਸ਼ੁਰੂ ਹੋਇਆ ਆਪਸ ਵਿੱਚ ਲੋਕਾਂ ਦਾ, ਉਹ ਝਗੜਾ ਇੰਨਾ ਵੱਧ ਗਿਆ ਕਿ ਇਸ ਦੇ ਉਸ ਸਥਾਨ ਤੱਕ ਵੀ ਲੋਕ ਜਾ ਪੁੱਜੇ। ਇਸ ਦਾ ਮਾਲ ਧਨ ਵੀ ਲੁੱਟਿਆ ਗਿਆ ਜਿੱਥੇ ਬੈਠਾ ਸੀ। ਤੇ ਜੋ ਦੁਨੀਆ ਨੇ ਦੇਖਿਆ, ਉਹ ਦੇਖ ਕੇ ਅੱਖਾਂ ਅੱਡੀਆਂ ਰਹਿ ਗਈਆਂ। ਉਹ ਬਿਆਨ ਕਰਨ ਤੋਂ ਵੀ ਪਰੇ ਸੀ। ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਹੈ, ਜਹ ਦੰਬੀ ਕੋ ਸਦਨ ਸੁਹਾਵਨ, ਨਰ ਪਹੁੰਚੇ ਤਹਿ ਵਸਤ ਲਿਆਵਨ। ਸਰਬ ਸਮਾਜ ਹੁਤੋ ਤਿਸ ਕੇਰਾ, ਲੂਟ ਲੀਨ ਤਬ ਹੀ ਬਿਨ ਦੇਰਾ। ਤਾਕਤ ਧੱਸੇ ਨਰ ਪੌਰ ਅਗਾਰੀ। ਪੌੜੀਆਂ ਚੜ੍ਹ ਕੇ ਜਿਸ ਵੇਲੇ ਗਏ, ਮੰਚ ਪਰ ਬਾਲਾ ਏਕ ਸੁੰਦਾਰੀ। ਉੱਥੇ ਇੱਕ ਸੁੰਦਰ ਲੜਕੀ ਬਿਠਾ ਕੇ ਉਸ ਨਾਲ ਕਲੋਲਾਂ ਕਰਦਾ ਸੀ। ਕਰਦਾ ਅਯਾਸ਼ੀ ਹੈ ਅੰਦਰ ਲੁਕ ਕੇ, ਬਾਹਰ ਆਖਦਾ ਮੈਂ ਅੰਦਰ ਚਲਿਆ ਹਾਂ, ਮੈਂ ਸ਼ੌ ਨੂੰ ਮਿਲਣਾ ਹੈ, ਮੇਰੇ ਸ਼ੌ ਨੇ ਆਉਣਾ ਹੈ। ਇਸ ਨਾਮ ਹੇਠ ਵੀ ਪਾਖੰਡ ਚੱਲਦਾ ਰਿਹਾ ਕਿ ਮੈਂ ਤਾਂ ਕਿਸੇ ਨਾਲ ਅੱਖ ਨਹੀਂ ਮਿਲਾਉਣੀ, ਕਿਸੇ ਨੂੰ ਕੁਝ ਭੇਤ ਦੱਸਣਾ ਨਹੀਂ। ਪਰ ਇਸੇ ਗੱਲ ਵਿੱਚ ਹੀ ਸਾਰਾ ਭੇਤ ਦੱਸ ਦਿੱਤਾ ਜਾਂਦਾ ਸੀ ਕਿ ਆਓ ਮੇਰੇ ਪਾਸ, ਮੈਂ ਅੱਜ ਦੀ ਰਾਤ ਸ਼ੌ ਨੂੰ ਮਿਲਣਾ ਤੇ ਕੱਲ੍ਹ ਮੇਰੇ ਪਾਸ ਅਨੰਤ ਸ਼ਕਤੀ ਹੋਣੀ ਹੈ।
ਕਬੀਰ ਜੀ ਉਸ ਪਾਖੰਡ ਦੀ ਚਰਚਾ ਨਹੀਂ ਕਰਦੇ, ਇਹ ਚਰਚਾ ਤਾਂ ਕਰਦੇ ਹਨ ਇੱਕ ਨਿਮਰਤਾ ਦੀ, ਪਰ ਨਿਮਰਤਾ ਨੂੰ ਵੀ ਲੋਕ ਪਾਖੰਡ ਬਣਾ ਲੈਂਦੇ ਰਹੇ। ਮੇਰਾ ਭਾਵ ਇੰਨਾ ਹੀ ਹੈ। ਕਬੀਰ ਜੀ ਕਹਿੰਦੇ ਨੇ, ਪ੍ਰਭੂ ਪਤੀ ਨਾਲ ਸਾਰੇ ਰੰਗ, ਇਹ ਜਿੰਦ ਆਖਦੀ ਮੈਂ ਮਾਣਦੀ ਹਾਂ, ਪਰ ਭੇਤ ਕਿਸੇ ਨੂੰ ਨਹੀਂ ਦਿੰਦੀ। ਨੀਚੇ ਲੋਇਨ ਕਰ ਰਹੋ ਲੈ ਸਾਜਨ ਘਟ ਮਾਹੇ, ਸਭ ਰਸ ਖੇਲੋਂ ਪੀ ਸੋ ਕਿਸੀ ਲਖਾਵੋ ਨਾਹੇ। ਅਗਲਾ ਸ਼ਲੋਕ ਹੈ, 8 ਜਾਮ 64 ਘਰੀ ਤੋ ਨਿਰਖਤ ਰਹਿ ਜੀਓ, ਨੀਚੇ ਲੋਇਨ ਕਿਉਂ ਕਰੋ ਸਭ ਘਟ ਦੇਖੋ ਪੀਓ। ਕਬੀਰ ਜੀ ਇੱਕ ਸਟੇਜ ਹੋਰ ਉੱਪਰ ਦੀ ਚਰਚਾ ਹੁਣ ਕਰ ਰਹੇ ਨੇ ਪਹਿਲੇ ਸ਼ਲੋਕ ਨਾਲੋਂ। ਇੱਕ ਉਹ ਨੇ ਜੋ ਆਖਦੇ ਕਿਸੀ ਲਖਾਵੋ ਨਾਹੇ, ਨੀਚੇ ਲੋਇਨ ਕਰਕੇ, ਅੱਖਾਂ ਨੀਵੀਆਂ ਕਰਕੇ ਹੀ ਮੈਂ ਦੁਨੀਆ ਨੂੰ ਦੇਖਦੀ ਹੀ ਨਹੀਂ। ਪਰ ਹੁਣ ਇਹ ਧਰਮ ਦੀ ਦੁਨੀਆ ਹੈ, ਉਹ ਕਰਤਾ ਪੁਰਖ ਤਾਂ ਕਣ ਕਣ ਵਿੱਚ ਵਸਦਾ ਹੈ, ਦੇਖਣਾ ਕਿਉਂ ਨਹੀਂ। ਇਹ ਉਸ ਤੋਂ ਅਗਲੀ ਸਟੇਜ ਹੈ। 8 ਜਾਮ 8 ਪਹਿਰ 64 ਘਰੀ ਤੇ 64 ਹੀ ਘੜੀਆਂ ਤੋਂ ਨਿਰਖਤ ਰਹਿ ਜੀਓ। ਐ ਸਖੀ ਸੁਣ, ਪਹਿਲੇ ਵਿੱਚ ਤਾਂ ਜ਼ਿਕਰ ਸੀ ਕਿ ਅੱਖਾਂ ਨੀਵੀਆਂ ਨੇ, ਹੁਣ ਜਦੋਂ ਉਸ ਦੇ ਦੀਦਾਰ ਹੋ ਗਏ, ਸਾਰੇ ਸਰੀਰਾਂ ਵਿੱਚ ਉਸੇ ਨੂੰ ਦੇਖਦੀਆਂ। ਤੈਨੂੰ ਹੀ ਹੈ ਪ੍ਰਭੂ ਤੁਹਾਂ ਤੋਂ ਸ਼ਬਦ ਆਇਆ, ਤੋ ਭਾਵ ਤੈਨੂੰ, ਇਹ ਅੱਖਾਂ ਤੈਨੂੰ ਦੇਖ ਰਹੀਆਂ, ਤੋ ਨਿਰਖਤ ਰਹਿ ਜੀਓ, ਇਹ ਜਿੰਦ ਤੈਨੂੰ ਦੇਖ ਰਹੀ ਹੈ। ਨੀਚੇ ਲੋਇਨ ਕਿਉਂ ਕਰੋ ਸਭ ਘਟ ਦੇਖੋ ਪੀਓ। ਜਦੋਂ ਸਾਰੇ ਹਿਰਦਿਆਂ ਵਿੱਚ ਜੋ ਮੇਰੇ ਵਿੱਚ ਬੈਠਾ ਹੈ ਉਹ ਸਭਨਾਂ ਵਿੱਚ ਬਿਰਾਜਮਾਨ ਹੈ, ਹੁਣ ਅੱਖਾਂ ਨੀਵੀਆਂ ਕਰਨ ਦੀ ਕੀ ਜ਼ਰੂਰਤ, ਕਿ ਤੱਕਣਾ ਹੀ ਕਿਸੇ ਵੱਲ ਨਹੀਂ, ਕਿਸੇ ਤੋਂ ਨਫ਼ਰਤ ਨਹੀਂ। ਜਿਸ ਵੱਲ ਵੀ ਤੱਕਾਂ ਮੈਨੂੰ ਮੇਰਾ ਪ੍ਰੀਤਮ ਵਿੱਚ ਬੈਠਾ ਦਿਖਾਈ ਦਿੰਦਾ ਹੈ। 8 ਜਾਮ 64 ਕਰੀ ਤੋ ਨਿਰਖਤ ਰਹਿ ਜੀਓ, ਨੀਚੇ ਲੋਇਨ ਕਿਉਂ ਕਰੋ ਸਭ ਘਟ ਦੇਖੋ ਪੀਓ। ਅੱਜ ਦਾ ਆਖਰੀ ਸ਼ਲੋਕ। ਸੁਨ ਸਖੀ ਪੀ ਮਹਿ ਜੀਓ ਬਸੈ, ਜੀ ਮਹਿ ਬਸੈ ਕੇ ਪੀਓ, ਜੀਓ ਪੀਓ ਬੂਝੋ ਨਹੀਂ ਘਟ ਮਹਿ ਜੀਓ ਕਿ ਪੀਓ। ਐਸ ਸਖੀਏ ਸਹੇਲੀਏ ਸੁਣ, ਸਾਧ ਸੰਗਤ ਦੀ ਰੰਗਤ ਐਸੀ ਚੜ੍ਹ ਗਈ ਹੈ ਕਿ ਇਹ ਮੇਰੀ ਜਿੰਦ ਪ੍ਰਭੂ ਪਤੀ ਪਰਮਾਤਮਾ ਦੇ ਅੰਦਰ ਵਸ ਰਹੀ ਹੈ, ਜਾਂ ਉਹ ਪ੍ਰੀਤਮ ਜਿੰਦ ਵਿੱਚ ਆ ਵਸਿਆ। ਜਿਵੇਂ ਕੋਈ ਬੂੰਦ ਸਾਗਰ ਨਾਲ ਇੱਕ ਹੋ ਜਾਏ ਤਾਂ ਬੂੰਦ ਸਾਗਰ ਵਿੱਚ ਰਲ ਗਈ, ਸਾਗਰ ਬੂੰਦ ਵਿੱਚ ਰਲ ਗਿਆ। ਇੱਕ ਪਾਸੇ ਦੀ ਚਰਚਾ ਤਾਂ ਅਧੂਰੀ ਰਹਿ ਜਾਏਗੀ। ਜੇ ਬੂੰਦ ਸਾਗਰ ਵਿੱਚ ਮਿਲੀ ਹੈ, ਸਾਗਰ ਵੀ ਬੂੰਦ ਵਿੱਚ ਮਿਲਿਆ। ਉਹ ਪ੍ਰੀਤਮ ਸੁਣ ਸਖੀ ਪੀ ਮੈਂ ਜੀਓ ਬਸੈ, ਜੀ ਮੈਂ ਬਸੈ ਕਿ ਪੀਓ। ਮੈਂ ਕੀ ਆਖਾਂ ਕਿ ਜੀ ਵਿੱਚ ਪੀਓ ਪ੍ਰੀਤਮ ਵਸਦਾ ਹੈ ਕਿ ਜੀ ਪ੍ਰੀਤਮ ਵਿੱਚ ਵਸਦਾ ਹੈ, ਕੋਈ ਅੰਤਰ ਹੀ ਨਹੀਂ ਰਹਿ ਗਿਆ। ਜੀਓ ਪੀਓ ਬੂਝੋ ਨਹੀਂ ਘਟ ਮੈਂ ਜੀਓ ਕਿ ਪੀਓ। ਕਿ ਇਹ ਜਿੰਦ ਵਿੱਚ ਮੇਰਾ ਸੁਆਮੀ ਹੈ, ਕਿ ਜਿੰਦ ਹੈ ਕੌਣ ਹੈ, ਹੋ ਹੀ ਇੱਕ ਗਏ ਨੇ ਸੂਰਜ ਕਿਰਨ ਮਿਲੇ। ਇਹ ਮਰਨ ਤੋਂ ਬਾਅਦ ਦੀ ਚਰਚਾ ਨਹੀਂ, ਜਿਉਂਦੇ ਜੀ ਇੱਕ ਪਰਮ ਅਵਸਥਾ ਦੀ ਚਰਚਾ ਹੈ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਇਹ ਜੀਵਤ ਅਵਸਥਾ ਹੈ। ਬ੍ਰਹਮ ਦਿਸੈ ਬ੍ਰਹਮ ਸੁਣੀਐ, ਏਕ ਏਕ ਵਖਾਣੀਐ, ਆਤਮ ਪਸਾਰਾ ਕਰਨ ਹਾਰਾ, ਪ੍ਰਭ ਬਿਨਾ ਨਹੀਂ ਜਾਣੀਐ। ਆਪ ਕਰਤਾ ਆਪ ਭੁਗਤਾ, ਆਪ ਕਾਰਨ ਕੀਆ, ਬਿਨਵੰਤ ਨਾਨਕ ਸੇਈ ਜਾਣ ਹੈ, ਜਿਨੀ ਹਰ ਰਸ ਪੀਆ। ਵਾਹਿਗੁਰੂ ਜੀ ਕਿਰਪਾ ਕਰਨ, ਗੁਰ ਸੰਗਤ ਕਰਕੇ ਇਹ ਹਰੀ ਰਸ ਅਸੀਂ ਪੀ ਸਕੀਏ ਤੇ ਇਸ ਦਾ ਆਨੰਦ ਮਾਣ ਕੇ ਜੀਵਨ ਨੂੰ ਆਨੰਦ ਨਾਲ ਭਰ ਸਕੀਏ। ਭੁੱਲਾਂ ਖਿਮਾ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।